ਦਸ ਦੇਸ਼ ਹਿੰਦੂ ਤੁਰਕ ਮੈਂ, ਘਰ ਘਰ ਦੇਸ਼ ਵਿਦੇਸ਼, ਫੁਲਵਾਰੀ ਫੁੱਲੀ ਜੁਈ, ਮਲਕਾ ਸੁਮਨ ਵਿਸ਼ੇਸ਼ ਦੋਹਰਾ। ਦਸ ਦੇਸ਼ ਹਿੰਦੂ ਤੁਰਕ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਪ੍ਰੀਤਵਾਨ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸੁਭਾਏਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਦੀਵਾਨ ਵਿੱਚ ਜੁੜ ਬੈਠ ਕੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਰਲ ਮਿਲ ਕੇ ਹਾਜ਼ਰੀਆਂ ਲਵਾ ਰਹੇ ਹਾਂ। ਬੀਤੇ ਕੱਲ੍ਹ ਸਤਿਗੁਰੂ ਸਾਹਿਬ ਜੀ ਦੀ ਕਥਾ ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਸੋਹਣੀ ਛੰਦਾਬੰਦੀ ਅੰਦਰ ਅੰਕਿਤ ਕੀਤੀ ਹੈ। ਆਪਾਂ ਵਿਚਾਰੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ, ਉਹ ਮਹਾਨ ਤੋਂ ਮਹਾਨ ਹੈ, ਹਰ ਜਗ੍ਹਾ ਉਜਲ ਹੈ, ਪਵਿੱਤਰ ਹੈ, ਫੈਲੀ ਹੋਈ ਹੈ, ਰੁਸ਼ਨਾਈ ਹੋਈ ਹੈ। ਕਵੀ ਜੀ ਨੇ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਨਾਮ ਲੈ ਕੇ, ਉਜਲ ਵਸਤੂਆਂ ਚਿੱਟੀਆਂ ਵਸਤੂਆਂ ਦੇ ਨਾਮ ਲੈ ਕੇ ਤਸ਼ਬੀਹ ਦਿੱਤੀ ਹੈ ਕਿ ਕਿਹੜੇ ਇਲਾਕੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਿਸ ਵਸਤੂ ਵਰਗੀ ਫੈਲੀ ਹੋਈ ਹੈ। ਵਿਦਵਤਾ ਦਾ ਪ੍ਰਗਟਾਵਾ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ। ਸੋ ਅੱਗੇ ਜਿਵੇਂ ਸਤਿਗੁਰੂ ਸਾਹਿਬ ਜੀ ਦੀ ਕਥਾ ਆ ਰਹੀ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਦਸ ਦੇਸ਼ ਹਿੰਦੂ ਤੁਰਕ ਮੈਂ। ਦਸੇ ਜਿਹੜੀਆਂ ਦਿਸ਼ਾਵਾਂ ਹਨ, 10 ਦਿਸ਼ਾਵਾਂ ਕਿਹੜੀਆਂ? ਚਾਰ ਤਾਂ ਹੋ ਗਈਆਂ, ਉੱਤਰ, ਦੱਖਣ, ਪੂਰਬ ਅਤੇ ਪੱਛਮ। ਚਾਰ ਇਹਨਾਂ ਦੀਆਂ ਉਪ ਦਿਸ਼ਾ ਹੁੰਦੀਆਂ, ਜਿਹੜਾ ਇਹਨਾਂ ਦੇ ਵਿਚਲੇ ਕੋਣ ਬਣਦੇ ਆ, ਐਂਗਲ ਬਣਦੇ ਆ, ਜਿਹਨੂੰ ਨੈਰਵ ਕੋਣ, ਈਸ਼ਾਨ ਕੋਣ, ਇਸੇ ਤਰ੍ਹਾਂ ਵਾਯੂ ਕੋਣ ਇਤਿਆਦਿਕ ਆਖਿਆ ਜਾਂਦਾ। 4 ਅਤੇ 4 8 ਇਹ ਹੋ ਗਈਆਂ। ਇੱਕ ਉੱਪਰ ਆਕਾਸ਼ ਵੱਲ ਦੀ ਦਿਸ਼ਾ ਅਤੇ ਇੱਕ ਧਰਤੀ ਵੱਲ ਦੀ ਦਿਸ਼ਾ। ਇਉਂ 10 ਦਿਸ਼ਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ। ਕਵੀ ਜੀ ਕਹਿ ਰਹੇ ਹੈ ਕਿ 10 ਦਿਸ਼ਾਵਾਂ ਦੇ ਵਿੱਚ ਕੀ ਹਿੰਦੂ ਕੀ ਤੁਰਕ, ਸਾਰਿਆਂ ਦੇ ਘਰ ਘਰ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ, ਹਰ ਇੱਕ ਦੇ ਪ੍ਰਤੱਖ ਘਰਾਂ ਵਿੱਚ ਤੇ ਹਰ ਇੱਕ ਹਿੰਦੂ ਮੁਸਲਮਾਨ ਦੇ ਹਿਰਦੇ ਰੂਪੀ ਘਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਵਸਦੇ ਹਨ ਲੋਕ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਿਉਂ ਫੈਲੀ ਹੋਈ ਹੈ। ਜਿਵੇਂ ਫੁਲਵਾੜੀਆਂ ਫੁੱਲੀਆਂ ਹੁੰਦੀਆਂ, ਫੁਲਵਾੜੀਆਂ ਖਿੜੀਆਂ ਹੁੰਦੀਆਂ, ਫੁੱਲ ਖਿੜੇ ਹੁੰਦੇ ਆ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜਿਹੜੀ ਆ ਉਹ ਚੰਬੇ ਦੇ ਫੁੱਲਾਂ ਦੀ ਫੁਲਵਾੜੀ ਵਰਗੀ ਫੈਲੀ ਹੋਈ ਹੈ। ਤੇ ਮਲਕਾ ਜਿਹੜਾ ਮਾਲਤੀ ਦਾ ਫੁੱਲ ਹੈ, ਬੜਾ ਸੋਹਣਾ ਹੁੰਦਾ ਹੈ, ਬੜੀ ਸ਼ੋਭਾ ਵਾਲਾ ਹੁੰਦਾ ਹੈ, ਬੜਾ ਸੋਹਣਾ ਰੂਪ ਰੰਗ ਇਹਦਾ, ਖੁਸ਼ਬੂ ਹੁੰਦੀ ਹੈ। ਇਹਦੇ ਨਾਲੋਂ ਵੀ ਵਿਸ਼ੇਸ਼ ਕਰਕੇ, ਇਹਦੇ ਨਾਲੋਂ ਵੀ ਵੱਧ ਸਤਿਗੁਰੂ ਜੀ ਦੀ ਮਹਿਮਾ ਫੈਲੀ ਹੋਈ ਹੈ। ਜਿਹੜਾ ਭਾਈ ਇਹ ਸੋਚਦਾ ਨਾ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਆਮ ਮਨੁੱਖ ਜਨਮ ਲੈਂਦੇ ਆ ਮਾਤਾ ਦੀ ਕੁੱਖ ਤੋਂ, ਇਸੇ ਤਰ੍ਹਾਂ ਪਿਤਾ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਮਨੁੱਖ ਰੂਪ ਵਿੱਚ ਹੀ ਜਨਮ ਲਿਆ, ਜਿਹੜੇ ਕੋਈ ਐਂ ਸੋਚਦੇ ਹਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਕੋਈ ਲੋਕ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਮ ਮਨੁੱਖ ਕਰਕੇ ਜਾਣਦੇ ਆ ਨਾ, ਕਿਉਂਕਿ ਬਹੁਤ ਲੋਕ ਆ ਅੱਜ ਦੇ ਸਮੇਂ ਵਿੱਚ ਵੀ ਬੜੇ ਹੈ, ਉਹਨਾਂ ਸਮੇਂ ਵਿੱਚ ਵੀ ਬਹੁਤ ਲੋਕ ਸਮਝਦੇ ਸੀ ਪਿਤਾ ਮਹਿਤਾ ਕਾਲੂ ਜੀ ਦੇ ਪੁੱਤਰ ਹੈ, ਚੰਗਾ ਮੋਦੀ ਖਾਨੇ ਦਾ ਕੰਮਕਾਰ ਚੱਲਦਾ, ਛੱਡ ਕੇ ਕਿੱਧਰ ਨੂੰ ਤੁਰ ਪਏ, ਕੁਰਾਈਆ ਤੱਕ ਆਖਿਆ ਸਤਿਗੁਰੂ ਨੂੰ। ਅਤੇ ਅੱਜ ਵੀ ਬੜੇ ਆਪਣੇ ਆਪ ਨੂੰ ਕਈ ਤਾਂ
ਪ੍ਰਚਾਰਕ ਕਹਾਉਣ ਵਾਲੇ, ਅਗਾਂਹ ਵਧੂ ਫਾਰਵਰਡ ਸੋਚ ਦੇ ਮਾਲਕ ਕਹਾਉਣ ਵਾਲੇ, ਅਪਗ੍ਰੇਡ ਕਹਾਉਣ ਵਾਲੇ, ਉਹ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਮ ਮਨੁੱਖ ਕਹਿਣ ਦੀ ਵੱਡੀ ਭੁੱਲ ਕਰਦੇ ਆ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਹੜਾ ਕੋਈ ਪ੍ਰਾਣੀ ਮਾਤਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਮ ਮਨੁੱਖਾਂ ਦੀ ਤਰ੍ਹਾਂ ਜਨਮ ਧਾਰਿਆ ਹੋਇਆ ਮੰਨਦਾ ਹੈ, ਜਿਹੜਾ ਕਹਿੰਦੇ ਇਹੋ ਜਿਹੀਆਂ ਗੱਲਾਂ ਕਰਦਾ, ਸੋ ਕੂੜਿਆਰੇ, ਉਹ ਲੋਕ ਕੂੜੇ ਹਨ, ਝੂਠੇ ਹਨ। ਸੋ ਨਾਨਕ ਕੋ ਜਾਣਤ ਨਾਹੀ। ਉਹ ਲੋਕ ਜਿਹੜੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਾਣਦੇ ਹੀ ਨਹੀਂ। ਐ ਗੁਰ ਨੰਦਕ ਨੰਦਾ ਪ੍ਰਾਹੀ। ਜਾਂ ਤਾਂ ਕਹਿੰਦੇ ਤਾਂ ਲੋਕ ਕਹਿੰਦੇ ਆ ਵੀ ਗੁਰੂ ਨਾਨਕ ਦੀ ਮਹਿਮਾ ਤੋਂ ਜਾਣੂ ਨਹੀਂ ਹਨ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੇ ਜਾਂ ਭਾਈ ਉਹ ਲੋਕ ਜਿਹੜੇ ਆ ਨਾ ਜਾਣ ਬੁੱਝ ਕੇ ਇਉਂ ਸਤਿਗੁਰੂ ਜੀ ਦੀ ਨਿੰਦਿਆ ਦੇ ਵਚਨ ਕਹਿੰਦੇ ਹਨ। ਜੀਵਤ ਤੁਕ ਪਾਵੈ ਨਰ ਸੋਏ। ਤੇ ਜਿਹੜੇ ਭਾਈ ਸਤਿਗੁਰੂ ਜੀ ਨੂੰ ਆਮ ਮਨੁੱਖ ਕਹਿਣ ਦੀ ਗਲਤੀ ਕਰਦੇ ਆ, ਉਹ ਜਿਉਂਦੇ ਜੀ ਵੀ ਇਸ ਸੰਸਾਰ ਵਿੱਚ ਦੁੱਖ ਪਾਉਂਦੇ ਹਨ। ਮਨੁੱਖ ਐਸੇ ਹੋਏ ਨਰਕ ਪ੍ਰਾਪਤ ਹੋਏ। ਜਿਉਂਦਿਆਂ ਨੇ ਤਾਂ ਦੁੱਖ ਪਾਉਣਾ ਹੀ ਪਾਉਣਾ ਹੈ, ਜਦੋਂ ਮਰ ਕੇ ਧਰਮ ਰਾਜੇ ਦੀ ਕਚਹਿਰੀ ਜਾਂਦੇ ਆ ਨਾ, ਆਹ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕਰਨੇ ਕਰਕੇ ਉਹ ਲੋਕ ਫਿਰ ਨਰਕਾਂ ਦੇ ਵਿੱਚ ਸੁੱਟੇ ਜਾਂਦੇ ਆ, ਉਹਨਾਂ ਨੂੰ ਨਰਕਾਂ ਦੀ ਪ੍ਰਾਪਤੀ ਹੁੰਦੀ ਹੈ। ਜਾਣੈ ਕੈਸੇ ਜੋ ਭੁਲੇ। ਤੇ ਜਿਹੜੇ ਪਹਿਲਾਂ ਜਾਣਦੇ ਨਹੀਂ ਸੀ ਸਤਿਗੁਰੂ ਦੀ ਮਹਿਮਾ ਨੂੰ, ਐਵੇਂ ਭੁੱਲ ਭੁਲੇਖੇ ਹੀ ਕਹੀ ਗਏ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਆਮ ਮਨੁੱਖ ਹਨ। ਆਪ ਸੁਣ ਸੋ ਐਨ ਭੁਲੇ। ਤੇ ਜਿਨ੍ਹਾਂ ਨੇ ਭਾਈ ਹੁਣ ਸੁਣ ਲਿਆ ਸੰਗਤ ਦੇ ਵਿੱਚ ਆ ਕੇ ਸਤਿਗੁਰੂ ਜੀ ਦੀ ਮਹਿਮਾ ਨੂੰ, ਜਾਣ ਲਿਆ ਕਿ ਸਤਿਗੁਰੂ ਜੀ ਮਹਾਨ ਹੀ ਮਹਾਨ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਆ, ਤੇ ਇਸ ਤਰ੍ਹਾਂ ਉਹਨਾਂ ਨੇ ਆਪਣੀ ਭੁੱਲ ਮੰਨ ਲਈ ਸੰਗਤ ਦੇ ਵਿੱਚ ਆ ਕੇ, ਜਿਨ੍ਹਾਂ ਨੂੰ ਸੋਝੀ ਹੋ ਗਈ। ਦੂਰ ਸੁਣ ਸਰੋਤਨ ਸੁਖ ਪਾਏ ਮਨ। ਸੋ ਸਰੋਤੇ ਜਨੋ ਜਾਂ ਸਰੋਤਾ ਜਨ ਜਿਹੜੇ ਸੰਗਤ ਵਿੱਚ ਸੁਣ ਲੈਣਗੇ ਆ ਕੇ ਕਥਾ ਦੇ ਵਿੱਚ, ਉਹ ਕਹਿੰਦੇ ਭਾਈ ਫਿਰ ਮਨ ਵਿੱਚ ਸੁੱਖ ਪ੍ਰਾਪਤ ਕਰਨਗੇ। ਦੀਨਾ ਬਹੁਰ ਸੰਦੇਹ। ਜਿਨ੍ਹਾਂ ਨੇ ਪਹਿਲਾਂ ਸਤਿਗੁਰੂ ਸਾਹਿਬ ਜੀ ਦੇ ਉੱਤੇ ਸ਼ੰਕਾ ਕੀਤਾ ਸੀ, ਵਦੀਰ ਦੇ ਮਹਿਦਾਰ ਸਾ। ਤੇ ਭਾਈ ਫਿਰ ਉਹਨਾਂ ਦੇ ਵੱਡੇ ਭਾਗ ਹੋ ਜਾਣਗੇ, ਉਹ ਸੁਖੀ ਹੋ ਜਾਣਗੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇਹ ਲਾਲਸਾ, ਇਹ ਇੱਛਾ ਵੱਧ ਜਾਵੇਗੀ। ਕਥਾ ਸੁਣਨ ਪਰ ਜੇ। ਕਾਹਦੀ ਲਾਲਸਾ, ਕਾਹਦੀ ਇੱਛਾ ਵਧੇਗੀ? ਕਥਾ ਸੁਣਨ ਪਰ ਜੇ, ਜਿਨ੍ਹਾਂ ਦੀ ਕਥਾ ਸੁਣਨ ਦੀ ਇੱਛਾ ਵੱਧ ਜਾਏਗੀ। ਜਿਹੜੇ ਕਥਾ ਸੁਣਦੇ ਆ ਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ, ਸਤਿਗੁਰੂ ਜੀ ਉਹਨਾਂ ਨੂੰ ਉਹਨਾਂ ਸਰੋਤਿਆਂ ਦੇ ਮਨਾਂ ਵਿੱਚ ਸੁੱਖ ਦੀ ਪ੍ਰਾਪਤੀ ਕਰਾਉਂਦੇ ਆ। ਸੁਣ ਸਰੋਤਨ ਸੁਖ ਪਾਏ ਮਨ। ਉਹ ਸਰੋਤੇ ਸਤਿਗੁਰੂ ਜੀ ਦੀ ਕਥਾ ਸੁਣ ਕੇ ਸੁੱਖ ਪਾਉਣਗੇ। ਚੌਪਈ ਆਸਮਿਤ ਸਰੋਤਨ ਬਚਨ ਉਚਾਰੀ। ਇਸ ਪ੍ਰਕਾਰ ਸਰੋਤਿਆਂ ਤਾਈਂ, ਕਥਾ ਸੁਣਨ ਵਾਲਿਆਂ ਤਾਈਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਚਨ ਉਚਾਰਨ ਕੀਤੇ। ਸੁਣੋ ਕਵੀ ਇਵ ਗ੍ਰੰਥ ਮਝਾਰੇ। ਜਦੋਂ ਇਹ ਬਚਨ ਉਚਾਰਨ ਕਰ ਦਿੱਤੇ, ਸਰੋਤਿਆਂ ਨੇ ਫੇਰ ਸਵਾਲ ਖੜਾ ਕਰ ਦਿੱਤਾ। ਸੂਝਵਾਨ ਗੁਰਸਿੱਖ ਸੀ, ਕਹਿੰਦੇ ਭਾਈ ਸੰਤੋਖ ਸਿੰਘ ਮਹਾਕਵੀ ਜੀ, ਸਾਨੂੰ ਦੱਸੋ, ਸਾਨੂੰ ਤਸੱਲੀ ਤਾਂ ਹੋਵੇਗੀ ਜੇ ਤੁਸੀਂ ਪ੍ਰੂਫ ਕਰੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਕੀ ਲਿਖਿਆ, ਇਹ ਸਾਨੂੰ ਦੱਸੋ, ਗੁਰਬਾਣੀ ਪੜ੍ਹ ਕੇ ਦੱਸੋ, ਸਾਨੂੰ ਸਮਝਾਓ। ਅਸੀਂ ਤਾਂ ਇਹ ਸੁਣਿਆ ਤੇ ਪੜ੍ਹਿਆ ਵੀ ਹੈ ਗੁਰਬਾਣੀ ਵਿੱਚ ਕਿ ਸਤਿਗੁਰੂ ਜੀ ਵਾਸਤੇ ਭੱਟਾਂ ਨੇ ਮਹਿਮਾ ਕਰਦਿਆਂ ਹੋਇਆ ਇਹ ਬਚਨ ਉਚਾਰਨ ਕੀਤੇ ਆ, ਲਿਖੇ ਆ ਗੁਰਬਾਣੀ ਵਿੱਚ, ਤੂੰ ਤਾਂ ਜਨਕ ਰਾਜਾ ਅਵਤਾਰ। ਇਹਦਾ ਅਰਥ ਕੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਸੀਤਾ ਜੀ ਦੇ ਪਿਤਾ ਰਾਜੇ ਜਨਕ ਦੇ ਅਵਤਾਰ। ਇਹਦੇ ਬਾਰੇ ਖੋਲ ਕੇ ਦੱਸੋ। ਸੋ ਸੁੱਖਾਂ ਦੀ ਬਖਸ਼ਿਸ਼ ਕਰਨ ਵਾਲੀ ਗੁਰਬਾਣੀ ਵਿੱਚ ਇਹ ਵਾਕ ਜਿਹੜੇ ਇਸ ਤਰੀਕੇ ਲਿਖੇ ਹੋਏ ਹਨ। ਗੁਰੂ ਗ੍ਰੰਥ ਵੀ ਸਾਖੀ ਪਾਵੈ। ਤੇ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਗਵਾਹੀ ਪਾ ਲਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਮਾਣ ਜਿਹੜਾ ਸਾਨੂੰ ਜਦੋਂ ਪ੍ਰਾਪਤ ਹੁੰਦਾ, ਕੋਈ ਪੜ੍ਹ ਕੇ ਸੁਣਾਉਂਦਾ ਹੈ, ਤੇ ਕਹਿੰਦੇ ਲੋਕ ਸ਼ੰਕਾ ਵੀ ਇਸੇ ਤੁਕ ਤੇ ਖੜਾ ਕਰਦੇ ਆ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਜਨਕ ਦਾ ਅਵਤਾਰ ਸੀ, ਤੇ ਸਾਨੂੰ ਗੁਰਬਾਣੀ ਦੇ ਵਿੱਚੋਂ ਜੇ ਕੋਈ ਤੁਸੀਂ ਸਾਖੀ ਪ੍ਰਮਾਣ ਦੇ ਦਿਓ, ਕੋਈ ਗਵਾਹੀ ਦੇ ਦਿਓ, ਕੋਈ ਰੈਫਰੈਂਸ ਦੇ ਦਿਓ ਗੁਰਬਾਣੀ ਦੀ ਤੁਕ ਦਾ, ਤਾਂ ਸਾਡੇ ਮਨ ਦਾ ਸ਼ੰਕਾ ਨਿਵਰਤ ਹੋਵੇਗਾ।
क्योंकि गुरु ग्रंथ साहिब महाराज की गुरबाणी प्रमाणिक है। गुरबाणी तो वड्डी गवाही, गुरबाणी की तुक तो वड्डा प्रमाण गुरु के सिख वास्ते, शरधा भावना वाले वास्ते कोई नहीं हो सकता। क्योंकि असी तो गुरबाणी को गुरु मनते हैं ना, बाणी गुरु, गुरु है बाणी विच बाणी अमृत सारे। और सतगुर की बाणी सत सत कर जाणो गुर सिखो, हर करता आप मोह हो कढ़ाए। अकाल पुरख वाहिगुरु ने आप सतगुरु साहब जी के मुखारबिंद तो ये गुरबाणी प्रगट की है। इस करके गुरबाणी का अखर अखर हर गुरु का सिख भावना करके सत करके मनदा है, जिस करके पार उतारा हुंदा। जो गुरसिख गुरबाणी भै करै बिन प्रयास भव सागर तर, जे भै अदब ना बाणी धारा जानो सो सिख नहीं हमारा। जिहड़ा गुरु ग्रंथ साहिब महाराज की बाणी के वचन सुन के उन्हां ते शरधा भावना नहीं करता, सतगुरु कहते वो साडा सिख नहीं हो सकता। कहाउण नूं कहाई जावे सिख है मैं, नाल सिंह लाई फिरे कौर लाई फिरे, पर गुरबाणी के वचनों उत्ते भावना नहीं है, शरधा नहीं है, तो वो गुरु का सिख नहीं हो सकता। ਸਰੋਤਾ ਜਨ कह रहे हैं, कहते जी भाई संतोख सिंह जी ਜਿਹੜੇ ਸਿਆਣੇ ਲੋਕ ਹੈ ਪੁਰਾਣੇ ਸਮਿਆਂ ਦੇ ਵਿੱਚ, ਅੱਜ ਵੀ ਬਹੁਤ ਲੋਕ ਪ੍ਰਮਾਣੇ ਦੇ ਦਿੰਦੇ ਆ ਜਿਹੜੇ ਗੁਰਬਾਣੀ ਦੇ ਅਰਥਾਂ ਤੋਂ ਡੂੰਘਾਊਗੀ ਦੇ ਵਿੱਚ ਜਾਣੂ ਨਹੀਂ, ਵਿਦਵਤਾ ਜਿਨ੍ਹਾਂ ਦੇ ਪੱਲੇ ਨਹੀਂ ਹੁੰਦੀ, ਕਈਆਂ ਸੁਣੀਆਂ ਗੱਲਾਂ ਹੀ ਅੱਗੇ ਸੁਣਾ ਦਿੰਦੇ ਆ। ਬਈ ਗੁਰਬਾਣੀ ਵਿੱਚ ਲਿਖਿਆ ਹੈ ਤੂੰ ਤਾਂ ਜਨਕ ਰਾਜਾ ਅਵਤਾਰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਕ ਰਾਜੇ ਦੇ ਅਵਤਾਰ ਹੈ, ਤੇ ਇਹ ਬਹੁਤ ਵੱਡਾ ਭੁਲੇਖਾ ਹੈ। ਅੱਜ ਕਈਆਂ ਦਾ ਨਿਕਲੇਗਾ ਸੰਗਤ ਵਿੱਚ ਇਹ ਭੁਲੇਖਾ। ਜਦੋਂ ਭਾਈ ਸੰਤੋਖ ਸਿੰਘ ਜੀ ਦੱਸਣਗੇ ਆਪਾਂ ਵਿਚਾਰਾਂਗੇ। ਸਤਿਗੁਰੂ ਜੀ ਕਿਸੇ ਰਾਜੇ ਮਹਾਰਾਜੇ ਦੇ ਅਵਤਾਰ ਨਹੀਂ ਸੀ। ਦੁਨੀਆ ਵਿੱਚ 24 ਅਵਤਾਰਾਂ ਦੀ ਗੱਲ ਚੱਲਦੀ ਆ ਧਰਮ ਗ੍ਰੰਥਾਂ ਵਿੱਚ। ਉਹ ਜਿਹੜੇ 24 ਅਵਤਾਰ ਆ ਨਾ, ਉਹ ਵੀ ਵਿਸ਼ਨੂੰ ਭਗਵਾਨ ਦੇ ਅਵਤਾਰ ਹੋਏ ਆ, ਜਿਨ੍ਹਾਂ ਦੇ ਵਿੱਚੋਂ ਭਗਵਾਨ ਰਾਮਚੰਦਰ ਜੀ, ਭਗਵਾਨ ਕ੍ਰਿਸ਼ਨ ਜੀ ਇਤਿਆਦਿਕ ਆਪਾਂ ਗਿਣਦੇ ਹਾਂ। 52 ਅਵਤਾਰ ਹੋਇਆ, ਨਰਸਿੰਘ ਅਵਤਾਰ ਹੋਇਆ, ਇਉਂ 23 ਅਵਤਾਰ ਪਹਿਲਾਂ ਹੋ ਚੁੱਕੇ ਆ। 24ਵੇਂ ਬਾਰੇ ਭਵਿੱਖਬਾਣੀ ਲਿਖੀ ਗਈ ਹੈ ਕਿ ਵਿਸ਼ਨੂੰ ਭਗਵਾਨ ਦਾ 24ਵਾਂ ਅਵਤਾਰ ਇਹ ਧਰਤੀ ਦੇ ਉੱਤੇ ਆਵੇਗਾ। 24 ਅਵਤਾਰ ਜਿਹੜੇ ਆ ਉਹ ਵਿਸ਼ਨੂੰ ਭਗਵਾਨ ਦੇ ਅਵਤਾਰ ਹੈ। ਪਰ ਸਤਿਗੁਰੂ ਜੀ ਕਿਹਦੇ ਅਵਤਾਰ ਹੈ? ਇਹ ਗੁਰਬਾਣੀ ਵਿੱਚੋਂ ਸਾਨੂੰ ਗਵਾਹੀ ਮਿਲੇਗੀ, ਗੁਰਬਾਣੀ ਵਿੱਚੋਂ ਪ੍ਰਮਾਣ ਮਿਲੇਗਾ। ਸਤਿਗੁਰੂ ਜੀ ਦੀ ਮਹਿਮਾ ਜਿੱਥੇ ਲਿਖੀ ਗਈ ਹੈ ਗੁਰੂ ਨਾਨਕ ਦੇਵ ਜੀ ਬਾਰੇ, ਤੇ ਉੱਥੇ ਸਪਸ਼ਟ ਲਿਖਿਆ ਹੋਇਆ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਨਾਰਾਇਣ ਨੇ, ਨਾਰਾਇਣ ਦਾ ਅਰਥ ਕੀ ਹੈ? ਜਿਹੜਾ ਨਰਾਂ ਨਰਾਂ ਦੇ ਵਿੱਚ ਆਇਆ ਹੋਇਆ, ਹਰੇਕ ਮਨੁੱਖ ਦੇ ਹਿਰਦੇ ਵਿੱਚ ਵਸਦਾ ਉਹ ਵਾਹਿਗੁਰੂ, ਉਹਨੂੰ ਨਾਰਾਇਣ ਕਹਿੰਦੇ ਆ। ਨਾਰਾਇਣ ਦਾ ਅਰਥ ਨਰ ਅਰ ਆਇਣ, ਜਿਹਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ, ਅਗਿਆਨਤਾ ਨਹੀਂ, ਗਿਆਨ ਹੀ ਗਿਆਨ ਆ ਜਿਹੜਾ, ਉਹ ਵਾਹਿਗੁਰੂ ਹੈ। ਕਿਉਂਕਿ ਮਨੁੱਖ ਤਾਂ ਅਗਿਆਨਤਾ ਦੇ ਭਰੇ ਆ ਨਾ, ਹਰੇਕ ਵਿੱਚ ਕਿਸੇ 'ਚ ਬਹੁਤਾ ਕਿਸੇ 'ਚ ਥੋੜ੍ਹਾ ਅਗਿਆਨ ਹੈ, ਗਿਆਨ ਦੀ ਮਾਤਰਾ ਬਹੁਤ ਘੱਟ ਹੈ। ਪਰ ਉਹ ਵਾਹਿਗੁਰੂ ਜਿਹਦੇ ਵਿੱਚ ਗਿਆਨ ਹੀ ਗਿਆਨ ਹੈ, ਗਿਆਨ ਸਰੂਪ ਹੈ ਜਿਹੜਾ, ਉਹਨੂੰ ਨਾਰਾਇਣ ਕਿਹਾ ਜਾਂਦਾ ਹੈ। ਨਾਰਾਇਣ ਜਿਹਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ, ਅਕਾਲ ਪੁਰਖ ਵਾਹਿਗੁਰੂ ਦੀ ਜੋਤ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਧਰਤੀ ਦੇ ਉੱਤੇ ਆਇਆ। ਇਸ ਕਰਕੇ ਕਦੇ ਭੁਲੇਖੇ ਵਿੱਚ ਨਾ ਰਹੀਏ ਕਿ ਨਾਰਾਇਣ ਸ਼ਬਦ ਜਿਹੜਾ ਇਹ ਕਿਸੇ ਦੇਵੀ ਦੇਵਤੇ ਵਾਸਤੇ ਵਰਤਿਆ ਜਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਨਕ ਰਾਜੇ ਦੇ ਅਵਤਾਰ ਨਹੀਂ। ਨਾਰਾਇਣ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ। ਔਰ ਨਾਰਾਇਣ ਸਤੋਤਰ ਗੁਰਬਾਣੀ ਵਿੱਚ ਗੋਂਡ ਰਾਗ ਵਿੱਚ 5ਵੇਂ ਪਾਤਸ਼ਾਹ ਦਾ ਸ਼ਬਦ ਵੀ ਆਉਂਦਾ। ਨਾਰਾਇਣ ਕਹਿਤ ਜਮ ਭਾਗ ਪਲਾਇਣ, ਨਾਰਾਇਣ ਦੰਤ ਭਾਨੇ ਡਾਇਣ। ਇਹ ਸ਼ਬਦ ਗੋਂਡ ਰਾਗ ਵਿੱਚ 5ਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਪਾਂ ਪੜ੍ਹਦੇ ਸੁਣਦੇ। ਤੇ ਇੱਕ ਗੱਲ ਹੋਰ ਸੁਣੇ ਧਿਆਨ ਦੇ ਨਾਲ, ਜਿਹੜਾ ਭਾਈ ਇਹ ਨਾਰਾਇਣ ਸ਼ਬਦਾਂ ਵਾਲਾ, ਜਿਹੜਾ ਗੋਂਡ ਰਾਗ ਵਾਲਾ ਸ਼ਬਦ ਆ ਨਾਰਾਇਣ ਵਾਲਾ, ਨਾਰਾਇਣ ਸਤੋਤਰ ਜਿਹਨੂੰ ਕਿਹਾ ਜਾਂਦਾ, ਜੇ ਕਿਸੇ ਨੂੰ ਕੋਈ ਭੂਤ ਚੁੜੇਲ ਡੈਣ ਚੰਬੜੀ ਹੋਵੇ ਨਾ, ਇਸ ਸ਼ਬਦ ਦਾ ਜਾਪ ਕਰੇ ਭਾਵਨਾ ਦੇ ਨਾਲ, ਉਹ ਡੈਣਾ ਵਗੈਰਾ ਵੀ ਦੂਰ ਭੱਜ ਜਾਂਦੇ ਨੇ। ਗੁਰਬਾਣੀ ਦੀ ਗਵਾਹੀ ਹੈ, ਨਾਰਾਇਣ ਦੰਤ ਭਾਨੇ ਡਾਇਣ। ਡੈਣਾ ਦੇ ਵੀ ਦੰਦ ਭੰਨ ਦਿੰਦੀ ਹੈ ਗੁਰੂ ਕੀ ਬਾਣੀ। ਸੋ ਨਾਰਾਇਣ ਦਾ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ
ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੇ ਸਿੱਖ ਪੁੱਛ ਰਹੇ ਆ ਕਵੀ ਸੰਤੋਖ ਸਿੰਘ ਜੀ ਤੋਂ, ਕਹਿੰਦੇ ਸਾਨੂੰ ਗੁਰਬਾਣੀ ਵਿੱਚੋਂ ਕੋਈ ਪ੍ਰਮਾਣ ਦੇ ਕੇ ਸਾਡੇ ਮਨ ਦਾ ਸ਼ੰਕਾ ਦੂਰ ਕਰੋ। ਜਾ ਕੇ ਬਚਨ ਅਮੋਲ ਡੋਲਾ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਜਿਸ ਗੁਰਬਾਣੀ ਦੇ ਬਚਨ, ਜਿਸ ਗੁਰਬਾਣੀ ਦੇ ਸ਼ਬਦ ਅਮੋਲਕ ਹੈ ਤੇ ਅਡੋਲ ਹੈ, ਡੋਲਣ ਤੋਂ ਰਹਿਤ ਹੈ। ਜਿਹੜਾ ਪੜ੍ਹਦਾ ਉਹਨੂੰ ਵੀ ਡੋਲਣ ਤੋਂ ਰਹਿਤ ਕਰ ਦਿੰਦੇ ਆ। ਤੂੰ ਮੇਰੋ ਮੇਰ ਪਰਵਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰਮੀ। ਅਡੋਲਤਾ ਬਖਸ਼ਣ ਵਾਲੇ ਹੈ ਗੁਰਬਾਣੀ ਦੇ ਸ਼ਬਦ, ਅਮੋਲਕ ਹੈ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਬਚਨਾਂ ਦੁਆਰਾ ਸਮਝਾਓ। ਸੁਖ ਦਾ ਮੰਗਲ ਮੂਲ ਤੋਲਾ। ਔਰ ਸੁੱਖਾਂ ਦੇ ਦੇਣ ਵਾਲੇ ਹੈ ਗੁਰਬਾਣੀ ਦੇ ਸ਼ਬਦ, ਮੰਗਲਾਂ ਦਾ ਮੂਲ ਹੈ, ਖੁਸ਼ੀਆਂ ਦਾ ਮੁੱਢ ਹੈ। ਖੁਸ਼ੀਆਂ ਪੈਦਾ ਹੀ ਗੁਰਬਾਣੀ ਦੇ ਨਾਲ ਹੁੰਦੀਆਂ। ਔਰ ਅਤੁੱਲਾ, ਜਿਨ੍ਹਾਂ ਨੂੰ ਤੋਲਿਆ ਨਹੀਂ ਜਾ ਸਕਦਾ ਕਿਸੇ ਵੀ ਤੱਕੜੀ ਵਿੱਚ ਪਾ ਕੇ ਵੇਦਾਂ ਸ਼ਾਸਤਰਾਂ ਰੂਪੀ ਵੱਟਿਆਂ ਦੇ ਨਾਲ ਗੁਰੂ ਕੀ ਬਾਣੀ ਨੂੰ ਤੋਲਿਆ ਨਹੀਂ ਜਾ ਸਕਦਾ। ਸੁਣ ਕਰ ਕਵੀ ਗ੍ਰੰਥ ਕੀ ਗਾਥਾ। ਜਦੋਂ ਭਾਈ ਸੰਤੋਖ ਸਿੰਘ ਜੀ ਕਵੀ ਨੇ ਇਹ ਗਾਥਾ, ਇਹ ਵਾਰਤਾ ਗੁਰੂ ਕੇ ਸਿੱਖਾਂ ਤੋਂ ਸੁਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਸੁਣੀ, ਬੜੇ ਪ੍ਰਸੰਨ ਚਿੱਤ ਹੋ ਕੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਧੰਨ ਵਿਰਾਮਤ ਧੰਨ ਤੁਮਾਰੀ। ਕਹਿਣ ਲੱਗੇ ਗੁਰੂ ਕੇ ਸਿੱਖੋ ਧੰਨੋ ਤੁਸੀਂ, ਧੰਨ ਤੁਹਾਡੇ ਬੋਲੇ ਹੋਏ ਬਚਨ, ਤੁਹਾਡੀ ਬਾਣੀ, ਤੇ ਧੰਨ ਤੁਹਾਡੀ ਮਤ ਬੁੱਧੀ ਹੈ, ਜਾਤੇ ਮਨ ਮੈਂ ਸਮਝ ਉਚਾਰੀ। ਜਿਸ ਕਰਕੇ ਤੁਸੀਂ ਮਨ ਦੇ ਵਿੱਚ ਸਮਝ ਕੇ ਇਹ ਗੱਲ ਉਚਾਰੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦਾ ਪ੍ਰਮਾਣ ਦਿਓ। ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਰੂ ਕੇ ਸਿੱਖ ਦਾ ਕੋਈ ਹੋਰ ਓਟ ਆਸਰਾ ਆਧਾਰ ਨਹੀਂ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਗੱਲ ਮਨ ਦੇ ਵਿੱਚ ਸਮਝ ਕੇ ਤੁਸੀਂ ਇਹ ਬਚਨ ਉਚਾਰੇ ਹਨ। ਜਿਹੜੇ ਵੱਡੇ ਲੋਕ ਹੁੰਦੇ ਆ ਨਾ, ਉਹੀ ਆਪਣੇ ਵੱਡੇ ਵਡੇਰਿਆਂ ਦੀਆਂ ਸਾਖੀਆਂ ਕਹਿੰਦੇ ਹਨ। ਪਰ ਜਿਹੜੇ ਅਲਪ ਬੁੱਧੀ ਵਾਲੇ ਹੁੰਦੇ ਆ, ਛੋਟੀ ਮੱਤ ਵਾਲੇ ਹੁੰਦੇ ਆ, ਉਹਨਾਂ ਤੋਂ ਨਹੀਂ ਕਹੀ ਸੁਣੀ ਜਾਂਦੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ, ਇਹ ਪਵਿੱਤਰ 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 ਪੁਨੀਤ, ਬਹੁਤ ਪਵਿੱਤਰ ਹੈ। ਗ੍ਰੰਥ ਅਨੁਸਾਰ ਕਥੀਨੈ ਰੀਤਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੀਆਂ ਸਾਖੀਆਂ ਮੈਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖੀਆਂ ਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਨੁਸਾਰੀ ਹੋ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੱਤ ਸਿਧਾਂਤ ਦੇ ਅਨੁਸਾਰ ਹੀ ਮਰਿਆਦਾ ਪੂਰਵਕ ਲਿਖੀਆਂ ਹਨ। ਫਿਰ ਕਹਿੰਦੇ ਦੂਜਾ ਰੈਫਰੈਂਸ ਦਿੰਦੇ ਆ, ਮੈਂ ਆਪਣੇ ਸਾਖੀ ਪ੍ਰਮਾਣ ਜਿਹੜਾ ਇਤਿਹਾਸ ਲਿਖਿਆ ਇਹਨੂੰ ਸਿੱਧ ਕਿੱਥੋਂ ਕੀਤਾ। ਸਿੱਧ ਕਰਨ ਦੀ ਲੋੜ ਕਿਉਂ ਪਈ? ਕਿਉਂਕਿ ਆਪਾਂ ਕੱਲ੍ਹ ਅਤੇ ਪਰਸੋਂ ਸੁਣਿਆ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਬਹੁਤ ਰਲਾਅ ਪੈਦਾ ਕਰ ਦਿੱਤੇ ਗਏ ਸੀ ਹਿੰਦਾਲੀਆਂ ਵੱਲੋਂ, ਕਬੀਰ ਪੰਥੀਆਂ ਵੱਲੋਂ, ਜਿਸ ਕਰਕੇ ਸ਼ੁੱਧ ਰੂਪ ਵਿੱਚ ਇਤਿਹਾਸ ਸੰਗਤਾਂ ਤੱਕ ਪਹੁੰਚ ਨਹੀਂ ਸਕਿਆ ਸੀ। ਉਹਦੇ ਵਿੱਚੋਂ ਚੁਣ ਚੁਣ ਕੇ ਸਾਖੀਆਂ ਜਿਹੜੀਆਂ ਗੁਰਮਤ ਅਨੁਸਾਰ ਢੁਕਵੀਆਂ ਸਨ, ਉਹ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਆ। ਕਹਿੰਦੇ ਪਹਿਲਾਂ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਗੁਰਬਾਣੀ ਦੀਆਂ ਤੁਕਾਂ ਦੇ ਮੁਤਾਬਕ ਪ੍ਰਗਟਿਆ ਵੀ ਤੱਤ ਸਿਧਾਂਤ ਮੁਤਾਬਕ ਇਹ ਇਤਿਹਾਸ ਹੈ, ਫਿਰ ਮੈਂ ਉਹ ਸਾਖੀਆਂ ਲਿਖੀਆਂ। ਪੁਨ ਗੁਰਦਾਸ ਭਇਓ ਜੋ ਭਾਈ। ਫਿਰ ਕਹਿੰਦੇ ਜਿਹੜੇ ਭਾਈ ਗੁਰਦਾਸ ਜੀ ਸਿੱਖ ਹੋਏ ਹਨ, ਮਹਾਨ ਵਿਦਵਾਨ, ਉਹਨਾਂ ਨੇ ਜਿਹੜੀ ਆਪਣੀ ਬਾਣੀ ਲਿਖੀ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਗੁਰਦਾਸ ਜੀ ਦੇ ਕਵਿੱਤ, ਉਹਨਾਂ ਦੇ ਵਿੱਚ ਸਤਿਗੁਰੂ ਸਾਹਿਬਾਨ ਜੀ ਦੀ ਮਹਿਮਾ ਲਿਖੀ ਹੈ। ਹੁਣ ਸਪਸ਼ਟ ਕਰਦੇ ਆ ਵੀ ਕਿਹੜੇ ਭਾਈ ਗੁਰਦਾਸ ਦੀ ਗੱਲ ਕਰ ਰਹੇ ਆ। ਕਹਿੰਦੇ ਉਹ ਭਾਈ ਗੁਰਦਾਸ ਜਿਹੜੇ ਮਹਾਨ ਗੁਰੂ ਕੇ ਵਿਦਵਾਨ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹਜ਼ੂਰੀਏ ਸੇਵਕ ਬਣ ਕੇ ਰਹਿੰਦੇ ਸਨ। ਰਿਸ਼ਤੇ ਵਿੱਚ ਮਾਮਾ ਜੀ ਸਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਾਈ ਗੁਰਦਾਸ ਜੀ। ਸੋ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਹਜ਼ੂਰੀਏ ਸਿੱਖ ਸਨ। ਸਿੱਖੀ ਅਦਕ ਪ੍ਰੇਮ ਬ੍ਰਤ ਪੂਰਾ, ਜਿਨ੍ਹਾਂ ਦੇ ਮਨ ਵਿੱਚ ਸਿੱਖੀ ਦੀ ਬਹੁਤ ਅਧਿਕਤਾ ਸੀ, ਮਹਾਨ ਸਿੱਖੀ ਜਿਨ੍ਹਾਂ ਨੇ ਕਮਾਈ ਹੋਈ ਸੀ, ਤੇ ਬ੍ਰਤ ਪੂਰਾ, ਮਰਿਆਦਾ ਦੇ ਵਿੱਚ ਵੀ ਪਰਪੱਕ ਸਨ, ਪੂਰੇ ਸਨ। ਤੇ ਜਿਨ੍ਹਾਂ ਦੀ ਬਾਣੀ ਨੂੰ ਸੁਣ ਕੇ, ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਇਹ ਵਾਰ ਮੁਕਤੀ ਦਾਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਿੱਤਾ।
ਪ੍ਰੀਮ ਕਰਕੇ ਸਿਵ ਜੋ। ਕਹਿੰਦੇ ਭਾਈ ਗੁਰਦਾਸ ਜੀ ਦੀ ਗੁਰਬਾਣੀ ਨੂੰ ਜਿਹੜਾ ਵੀ ਗੁਰੂ ਕਾ ਸਿੱਖ ਪ੍ਰੇਮ ਕਰਕੇ ਭਾਵਨਾ ਕਰਕੇ ਪੜ੍ਹੇਗਾ, ਸਿੱਖੀ ਕੋ ਪ੍ਰਾਪਤ ਹੋਵੇ ਸੋ। ਕਹਿੰਦੇ ਜਿੰਨਾ ਮਰਜੀ ਨਾਸਤਿਕ ਹੋਵੇ, ਪ੍ਰੇਮ ਭਾਵਨਾ ਦੇ ਨਾਲ ਗੁਰੂ ਕੀ ਬਾਣੀ, ਭਾਈ ਗੁਰਦਾਸ ਜੀ ਦੀ ਜਿਹੜੀ ਗੁਰਬਾਣੀ ਹੈ, ਕਵਿਤ ਸਵਈਏ ਤੇ ਇਸੇ ਪ੍ਰਕਾਰ ਵਾਰਾਂ, ਜਿਹੜਾ ਗੁਰੂ ਕਾ ਸਿੱਖ ਪੜ੍ਹ ਲਏਗਾ ਨਾ, ਉਹਨੂੰ ਸਿੱਖੀ ਦੀ ਪ੍ਰਾਪਤੀ ਹੋ ਜਾਏਗੀ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨੀ ਸ਼ਰਧਾ ਭਾਵਨਾ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਹੈ। ਇਤਿਹਾਸ ਵਿੱਚ ਐਸੇ ਵੀ ਵਚਨ ਮਿਲਦੇ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੁੰਜੀ ਬਾਣੀ ਹੋਣ ਦਾ ਮਾਣ ਬਖਸ਼ਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਮਹਾਨ ਖਜ਼ਾਨਾ ਹਨ, ਤੇ ਖਜ਼ਾਨੇ ਨੂੰ ਜੇ ਖੋਲ੍ਹਣਾ ਹੈ, ਸਮਝਣਾ ਹੈ, ਪੜ੍ਹਨਾ ਵਿਚਾਰਨਾ ਹੈ, ਤੇ ਭਾਈ ਗੁਰਦਾਸ ਜੀ ਦੀ ਗੁਰਬਾਣੀ ਜ਼ਰੂਰ ਪੜ੍ਹਨੀ ਪਵੇਗੀ। ਵਚਨ ਮਿਲਦੇ ਹੈ, ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਬਖਾਣੀ। ਜਿਹੜੀ ਭਾਈ ਗੁਰਦਾਸ ਜੀ ਦੀ ਬਾਣੀ ਹੈ ਨਾ, ਉਹ ਗੁਰਬਾਣੀ ਦੀ ਕੁੰਜੀ ਰੂਪ ਹੈ। ਭਾਵ ਕੀ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਰ ਸਿਧਾਂਤ ਨੂੰ, ਗੁਰਬਾਣੀ ਨੂੰ ਚੰਗੀ ਤਰ੍ਹਾਂ ਕਿਸੇ ਨੇ ਸਮਝਣਾ ਅਸਲ ਰੂਪ ਵਿੱਚ, ਤਾਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਅਤਿਅੰਤ ਜ਼ਰੂਰੀ ਹੈ। ਅੱਜ ਤਾਂ ਸਾਧ ਸੰਗਤ ਜੀ ਰਿਵਾਜ ਬੜਾ ਘਟਦਾ ਜਾ ਰਿਹਾ ਨਾ, ਅਫਸੋਸ ਦੀ ਗੱਲ ਹੈ ਬਈ ਗ੍ਰੰਥੀ ਸਿੰਘ ਜਿਹੜੇ ਬਣਦੇ ਆ ਨਾ, ਭਾਈ ਗੁਰਦਾਸ ਜੀ ਦੀ ਗੁਰਬਾਣੀ ਪੜ੍ਹਨੀ ਜ਼ਰੂਰੀ ਨਹੀਂ ਸਮਝਦੇ। ਪੁਰਾਤਨ ਸਮਿਆਂ ਵਿੱਚ ਔਰ ਅੱਜ ਵੀ ਸੰਪਰਦਾਵਾਂ ਦੇ ਵਿੱਚ, ਟਕਸਾਲਾਂ ਦੇ ਵਿੱਚ ਓਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠ ਕੇ ਅਖੰਡ ਪਾਠ ਦੀ ਡਿਊਟੀ ਨਹੀਂ ਲਾ ਸਕਦਾ, ਸਿੰਘ ਰੋਲ ਨਹੀਂ ਲਾ ਸਕਦਾ, ਜਿੰਨੀ ਦੇਰ ਤੱਕ ਉਹਨੇ ਭਾਈ ਗੁਰਦਾਸ ਜੀ ਦੀ ਗੁਰਬਾਣੀ ਦੀ ਸੰਥਿਆ ਨਾਲ ਨਾ ਕੀਤੀ ਹੋਵੇ। ਉਨੀ ਦੇਰ ਤੱਕ ਗ੍ਰੰਥੀ ਨਹੀਂ ਸੀ ਮੰਨਦੇ ਪੁਰਾਤਨ ਮਹਾਂਪੁਰਖਾਂ ਨੂੰ। ਤੇ ਅੱਜ ਤਾਂ ਚਲੋ ਜਿਸ ਤਰ੍ਹਾਂ ਦਾ ਹੈ ਸਿਸਟਮ ਸਾਰਾ ਆਪਾਂ ਨੂੰ ਪਤਾ ਹੀ ਆ। ਸੋ ਇਸ ਕਰਕੇ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ, ਇਹ ਪੜ੍ਹਨੀ ਅਤਿਅੰਤ ਜ਼ਰੂਰੀ ਹੈ। ਜਿਸ ਗੁਰੂ ਕੇ ਸਿੱਖ ਨੇ ਭਾਈ ਗੁਰਦਾਸ ਦੀ ਬਾਣੀ ਪੜ੍ਹ ਲਈ, ਉਹ ਕਦੇ ਸਿੱਖੀ ਤੋਂ ਮੁਨਕਰ ਨਹੀਂ ਹੋਵੇਗਾ। ਗੁਰੂ ਅਰਜਨ ਦੇਵ ਮਹਾਰਾਜ ਦੇ ਵਚਨ ਹੈ, ਉਹਨੂੰ ਸਿੱਖੀ ਅਸਲ ਰੂਪ ਵਿੱਚ ਪ੍ਰਾਪਤ ਹੋ ਜਾਵੇਗੀ। ਜਾਂ ਇਉਂ ਕਹਿ ਲਓ ਬਈ ਸਿੱਖੀ ਨੂੰ ਸਾਜਿਆ ਗੁਰੂ ਸਾਹਿਬਾਨ ਨੇ ਹੈ ਤੇ ਸਮਝਿਆ ਭਾਈ ਗੁਰਦਾਸ ਨੇ ਹੈ। ਇਹਦੇ ਵਿੱਚ ਕੋਈ ਅੱਤ ਕਥ ਨਹੀਂ ਹੈ। ਭਾਈ ਗੁਰਦਾਸ ਜੀ ਵਰਗਾ ਮਹਾਨ ਵਿਦਵਾਨ ਸਿੱਖ ਕੌਣ ਹੋਵੇਗਾ ਜਿਹਨੇ ਗੁਰੂ ਕੀ ਬਾਣੀ ਦੇ ਅਰਥ ਰੂਪ ਦੇ ਵਿੱਚ, ਗੁਰੂ ਕੀ ਬਾਣੀ ਨੂੰ ਸਮਝਣ ਦੇ ਲਈ ਮਹਾਨ ਗੁਰਬਾਣੀ ਰਚੀ ਹੈ। ਸਤਿਗੁਰੂ ਜੀ ਵਰ ਦਿੰਦੇ ਹੈ ਕਿ ਜਿਹੜਾ ਭਾਈ ਗੁਰਦਾਸ ਜੀ ਦੇ ਕਵਿਤਾ ਨੂੰ, ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰੂ ਕਾ ਸਿੱਖ ਪੜ੍ਹੇਗਾ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਉਹਨੂੰ ਸਿੱਖੀ ਦੀ ਪ੍ਰਾਪਤੀ ਹੋਵੇਗੀ। ਤੇ ਅਨੁਸਾਰ ਪਤੀ ਮੈਂ ਗਾਥਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਵੀ ਨਿਰਣੇ ਲੈ ਕੇ, ਰੈਫਰੈਂਸ ਲੈ ਕੇ, ਪ੍ਰਮਾਣ ਲੈ ਕੇ, ਫਿਰ ਕਹਿੰਦੇ ਗੁਰੂ ਕੇ ਇਤਿਹਾਸ ਦੀਆਂ ਸਾਖੀਆਂ ਨੂੰ ਮੈਂ ਸੋਧ ਕੇ ਉਹਦੇ ਅਨੁਸਾਰ ਮੈਂ ਗਾਥਾ ਕੀਤੀ ਹੈ, ਸਤਿਗੁਰੂ ਦੀ ਕਥਾ ਉਚਾਰੀ ਹੈ। ਸੋ ਭਾਈ ਗੁਰਦਾਸ ਜੀ ਦੀ ਜਿਹੜੀ ਸਾਖ ਗਵਾਹੀ ਹੈ, ਉਹ ਵੀ ਪ੍ਰੇਮ ਨਾਲ ਸੁਣੋ। ਸ੍ਰੀ ਗੁਰੂ ਗੋਬਿੰਦ ਸਿੰਘ ਹਜ਼ੂਰੀ। ਫਿਰ ਕਹਿੰਦੇ ਤੀਜੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਗਿਆਨੀ ਸਿੰਘ ਸਨ, ਮਨੀ ਸਿੰਘ ਭਇਓ ਗਤਰੂਰੀ। ਜਿਨ੍ਹਾਂ ਦਾ ਨਾਮ ਭਾਈ ਮਨੀ ਸਿੰਘ ਆ, ਜਿਨ੍ਹਾਂ ਦਾ ਬੰਦ ਕੱਟਿਆ ਗਿਆ ਸੀ। ਉਹ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਮਰਿਆਦਾ, ਜਿਨ੍ਹਾਂ ਦੀ ਗਤੀ ਬੜੀ ਸੁੰਦਰ ਹੈ, ਬੜੇ ਮਰਿਆਦਾ ਦੇ ਧਾਰਨੀ ਗੁਰੂ ਕੇ ਸਿੱਖ ਹੋਏ ਹਨ ਭਾਈ ਮਨੀ ਸਿੰਘ, ਜਿਨ੍ਹਾਂ ਨੇ ਸਿੱਖੀ ਸਿਰਕ ਨੂੰ ਸਿਰ ਦੇ ਕੇ ਨਿਭਾਇਆ ਹੈ। ਉਹਨਾਂ ਦੇ ਅਨੁਸਾਰ ਵੀ, ਉਹਨਾਂ ਦੇ ਪ੍ਰਮਾਣ ਲੈ ਕੇ ਵੀ ਮੈਂ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਆਖੀ ਹੈ। ਕਹਿੰਦੇ ਪਹਿਲਾਂ ਸੁਣੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਮੈਂ ਕਿਹੜੇ ਸ਼ਬਦ ਦੀ ਗਵਾਹੀ ਲਈ ਹੈ। ਜਿਸ ਕਰਕੇ ਮੈਂ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਨੂੰ ਦ੍ਰਿੜ ਕਰਕੇ ਰੱਖਿਆ ਹੋਇਆ ਹੈ, ਤੇ ਤੁਹਾਡੇ ਵੀ ਹਿਰਦਿਆਂ ਦੇ ਵਿੱਚ ਸ਼ਰਧਾ ਪ੍ਰਪੱਕ ਹੋਵੇਗੀ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਨਕ ਰਾਜੇ ਦੇ ਜਾਂ ਕਿਸੇ ਦੇਵੀ ਦੇਵਤੇ ਦੇ ਅਵਤਾਰ ਨਹੀਂ ਹਨ, ਸਗੋਂ ਅਕਾਲ ਪੁਰਖ ਵਾਹਿਗੁਰੂ ਦੇ ਅਵਤਾਰ ਹਨ। ਇਹ ਸ਼ਰਧਾ ਪ੍ਰਪੱਕ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਕ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਜਿਹੜੇ ਵਾਕ ਹੈ, ਗੁਰਬਾਣੀ ਦੇ ਸ਼ਬਦ ਹੈ, ਉਹਨਾਂ ਦਾ ਪ੍ਰਮਾਣ ਦਿੰਦੇ ਹਨ। ਆਪ ਨਾਰਾਇਣ ਕਲਾ ਧਾਰ। ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾਰਾਇਣ ਹੈ, ਨਰਾਂ ਦੇ ਵਿੱਚ ਆਇਆ ਹੋਇਆ ਹੈ, ਜਾਂ ਅਵਿਦਿਆ ਰੂਪੀ ਰਾਤ ਜਿਹਦੇ ਵਿੱਚ ਨਹੀਂ ਹੈ, ਨਾ ਨਾਰਾਇਣ,
ਸੋ ਉਹ ਅਕਾਲ ਪੁਰਖ ਵਾਹਿਗੁਰੂ ਨੇ ਸ਼ਕਤੀਆਂ ਨੂੰ ਧਾਰਨ ਕਰਕੇ ਜਗ ਮੈਂ ਪਰਵਰਿਓ ਸੰਸਾਰ ਦੇ ਵਿੱਚ ਪਸਾਰਾ ਕੀਤਾ, ਸੰਸਾਰ ਵਿੱਚ ਪ੍ਰਗਟ ਹੋਣਾ ਕੀਤਾ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ। ਨਿਰੰਕਾਰ ਆਕਾਰ ਜੋਤ ਨਿਰੰਕਾਰ ਦਾ ਆਕਾਰ ਜਿਹੜਾ ਸਰੂਪ ਹੈ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਨਿਰੰਕਾਰ ਦਾ ਜਿਹੜਾ ਆਕਾਰ ਹੈ ਉਸ ਨੇ ਇਹ ਸੰਸਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਲੈ ਕੇ ਇਹ ਜਗਤ ਮੰਡਲ ਦੇ ਵਿੱਚ ਆਉਣਾ ਕੀਤਾ ਹੈ। ਜੈ ਕੈ ਭਰਪੂਰ ਜਿੱਥੇ ਕਿਤੇ ਉਹ ਅਕਾਲ ਪੁਰਖ ਵਾਹਿਗੁਰੂ ਭਰਪੂਰ ਹੈ, ਹਰ ਜਗ੍ਹਾ ਤੇ ਵਿਆਪਕ ਹੈ। ਸ਼ਬਦ ਦੀਪਕ ਦੀਪਾਇਓ ਔਰ ਉਸੇ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸਰੂਪ ਵਿੱਚ ਆ ਕੇ ਸ਼ਬਦ ਦਾ ਦੀਵਾ ਜਗਾਇਆ ਹੈ, ਸ਼ਬਦ ਦੇ ਦੀਪਕ ਨੂੰ ਪ੍ਰਕਾਸ਼ਣਾ ਕੀਤਾ ਹੈ। ਜੇ ਸਿੱਖੈ ਸੰਗ੍ਰਹਿਓ ਤੇ ਜਿਹੜੇ ਗੁਰਬਾਣੀ ਦੇ ਸ਼ਬਦਾਂ ਨੂੰ ਗੁਰੂ ਕੇ ਸਿੱਖਾਂ ਨੇ ਭਾਵਨਾ ਦੇ ਨਾਲ ਸੰਗ੍ਰਹਿਓ ਭਲੀ ਪ੍ਰਕਾਰ ਕਰਕੇ ਗ੍ਰਹਿਣ ਕੀਤਾ ਹੈ। ਤਤ ਹਰ ਚਰਨ ਮਿਲਾਇਓ ਉਹਨਾਂ ਗੁਰਸਿੱਖਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਮਿਲਾਪ ਹੋ ਗਿਆ, ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦਾਂ ਉੱਤੇ ਭਾਵਨਾ ਕੀਤੀ, ਗੁਰੂ ਨਾਨਕ ਸਾਹਿਬ ਤੇ ਭਾਵਨਾ ਕੀਤੀ, ਸ਼ਰਧਾ ਕੀਤੀ, ਉਹਨਾਂ ਨੂੰ ਤਤਸ਼ਨੀ ਸਤਿਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਨਾਲ ਹਰੀ ਨਾਲ ਮਿਲਾ ਦਿੱਤਾ। ਨਾਨਕ ਕੁਲ ਨਿਮਲ ਅਵਤਰਿਓ ਫਿਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਸਿੱਖੀ ਕੁਲ ਹੈ, ਇਹਦੇ ਵਿੱਚ ਨਿਮਲ ਜਿਹੜੀ ਹੈ ਨਿਰਮਲ ਕੁਲ ਹੈ, ਇਹਦੇ ਵਿੱਚ ਹੋਰ ਕੌਣ ਕੌਣ ਅਵਤਰਿਆ, ਹੋਰ ਕਿਹਨੇ ਕਿਹਨੇ ਅਵਤਾਰ ਲਿਆ ਅੱਗੇ ਦੱਸਦੇ ਹਨ। ਅੰਗਦ ਲੈਣੇ ਸੰਗ ਸਤਿਗੁਰੂ ਜੀ ਦਾ ਸੰਗ ਕਰਕੇ ਸਤਿਗੁਰੂ ਜੀ ਦੇ ਅੰਗਾਂ ਨੂੰ ਪਰਸ ਕੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਹਨ। ਗੁਰ ਅਮਰਦਾਸ ਤਾਰਨ ਕਰਨ ਉਹਨਾਂ ਤੋਂ ਅੱਗੇ ਗੁਰਜੋਤ ਤੀਜੇ ਥਾਂ ਜਦੋਂ ਗਈ ਹੈ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਨ ਵਾਸਤੇ ਜਹਾਜ਼ ਰੂਪੀ ਪ੍ਰਗਟ ਹੋਏ ਹਨ। ਜਨਮ ਜਨਮ ਪਾਸਰਨ ਤੋਂ ਹਾਂ, ਜਨਮ ਜਨਮ ਪਾਸਰਨ ਤੋਂ ਜਨਮਾਂ ਜਨਮਾਂ ਦੇ ਵਿੱਚ ਗੁਰੂ ਕੇ ਸਿੱਖ ਜਿਹੜੇ ਆਏ ਹੋਏ ਉਹ ਉਹਨਾਂ ਦੀ ਸ਼ਰਨ ਪੈਂਦੇ ਹਨ। ਸੋਈਏ ਮਹੱਲੇ ਤੀਜੇ ਕੇ ਔਰ ਭਾਵਨਾ ਦੇ ਨਾਲ ਭੱਟਾਂ ਨੇ ਇੱਥੇ ਸਾਧ ਸੰਗਤ ਜੀ ਮਹੱਲੇ ਤੀਜੇ ਦੇ ਸਵਈਆਂ ਦੇ ਵਿੱਚ ਆਖਿਆ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਸ਼ਰਨ ਜਿਹੜੀ ਆ ਨਾ ਉਹ ਜਨਮ ਜਨਮ ਨੂੰ ਸਫਲਿਆ ਕਰ ਜਾਂਦੀ ਹੈ। ਪਾਸਰਨ ਤੋਂ ਜਨਮਾਂ ਜਨਮਾਂ ਵਿੱਚ ਮਨੁੱਖ ਨਹੀਂ ਆਉਂਦਾ, ਜਦੋਂ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਅੱਗੇ ਦੱਸਦੇ ਹੈ ਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਸੱਤਾ ਆਪਣੀ ਸਫੁਰਤੀ ਬਖਸ਼ਿਸ਼ ਕਰਕੇ ਫਿਰ ਕਿਹੜੇ ਕਿਹੜੇ ਅਵਤਾਰ ਧਰਤੀ ਉੱਤੇ ਭੇਜੇ। ਕਹਿੰਦੇ ਸਤਿਯੁਗ ਤੈ ਮਾਣਿਓ ਛਲਿਓ ਬਲ ਭਾਵਨ ਭਾਇਓ। ਕਹਿੰਦੇ ਸਤਿਯੁਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਉਹ ਵਾਹਿਗੁਰੂ ਨੇ ਇਹ ਆਨੰਦ ਮਾਣਿਆ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਹਿਮਾ ਪ੍ਰਗਟ ਕੀਤੀ ਹੈ। ਤ੍ਰਿਤੈ ਤੈ ਮਾਣਿਓ ਦੁਬਾਰਾ ਪੜ੍ਹੋ ਜੀ ਪੰਕਤੀ ਪਹਿਲਾਂ ਵਾਲੀ। ਸਤਿਯੁਗ ਤੈ ਮਾਣਿਓ ਸਤਿਯੁਗ ਦੇ ਵਿੱਚ ਇਉਂ ਸਤਿਗੁਰੂ ਜੀ ਨੇ ਰੰਗ ਆਨੰਦ ਮਾਣਿਆ ਵਾਹਿਗੁਰੂ ਨੇ ਛਲਿਓ ਬਲ ਭਾਵਨ ਭਾਇਓ ਕਿ ਬਾਵਨ ਰੂਪ ਦੇ ਵਿੱਚ ਇੱਕ ਅਵਤਾਰ ਭੇਜਿਆ। ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਨਹੀਂ, ਵਿਸ਼ਨੂੰ ਦਾ ਅਵਤਾਰ। ਉਹਦੀ ਡਿਊਟੀ ਲਾਈ ਹੈ ਕਿ ਸੰਸਾਰ ਦੇ ਵਿੱਚ ਜਾ ਰੱਬ ਦਾ ਨਾਮ ਜਪ। ਤੇ ਸਾਧ ਸੰਗਤ ਜੀ ਬਲ ਬਾਵਨ ਭਾਇਓ, ਬਲੀ ਰਾਜੇ ਨੂੰ ਛਲਣ ਦੇ ਵਾਸਤੇ ਛਲਿਓ ਬਲ ਬਾਵਨ ਭਾਇਓ। ਬਲੀ ਰਾਜਾ ਜਿਹੜਾ ਮਹਾਨ ਭਗਤੀ ਕਰਦਾ ਸੀ ਉਹਨੂੰ ਛਲਣ ਵਾਸਤੇ, ਉਹਦੇ ਨਾਲ ਧੋਖਾ ਕਰਨ ਵਾਸਤੇ ਬਾਵਨ ਰੂਪ ਹੋ ਕੇ ਭਗਵਾਨ ਜੀ ਆਏ। ਉਹ ਕਿਵੇਂ ਆਏ? ਬਲੀ ਰਾਜਾ ਜਿਹੜਾ ਸੀ ਨਾ ਇਹ ਪ੍ਰਹਲਾਦ ਭਗਤ ਦਾ ਪੋਤਰਾ ਹੋਇਆ। ਬਹੁਤ ਭਗਤੀ ਕੀਤੀ ਇਹਨੇ, ਕਿਉਂਕਿ ਭਗਤ ਪ੍ਰਹਲਾਦ ਦੀ ਕੁਲ ਜਿਹੜੀ ਰਾਖਸ਼ਾਂ ਦੀ ਕੁਲ ਸੀ, ਹਰਨਾਕਸ਼ ਦੈਂਤ ਦੀ ਕੁਲ ਸੀ। ਜਿੱਥੇ ਦੇਵਤਿਆਂ ਨੇ ਭਗਤੀ ਕੀਤੀ ਉੱਥੇ ਦੈਤਾਂ ਨੇ ਵੀ ਬਹੁਤ ਭਗਤੀ ਕੀਤੀ ਹੈ। ਸਾਰੇ ਹੀ ਕਰ ਸਕਦੇ ਆ ਰੱਬ ਦੀ ਭਗਤੀ, ਕਿਸੇ ਵਾਸਤੇ ਕੋਈ ਮਨਾਹੀ ਨਹੀਂ ਹੈ। ਜਦੋਂ ਰਾਜਾ ਬਲ ਰਾਜਾ ਬਹੁਤ ਭਗਤੀ ਕਰਨ ਲੱਗਿਆ ਨਾ, ਤੇ ਇਹ ਆਮ ਹੀ ਇਤਿਹਾਸਕ ਗ੍ਰੰਥਾਂ ਵਿੱਚ ਗੱਲ ਪ੍ਰਚਲਿਤ ਹੈ ਬਈ ਜਦੋਂ ਕੋਈ ਬਹੁਤੀ ਭਗਤੀ ਕਰਦਾ ਸੀ ਨਾ ਇੰਦਰ ਦਾ ਸਿੰਘਾਸਣ ਡੋਲ ਜਾਂਦਾ ਸੀ। ਦੇਵਤੇ ਡਰ ਜਾਂਦੇ ਸੀ ਵੀ ਸਾਡੀਆਂ ਪਦਵੀਆਂ ਨਾ ਖੋਲੇ ਕੋਈ ਆ ਭਗਤੀ ਕਰਕੇ, ਕਿਉਂਕਿ ਇੰਦਰ ਕਿਸੇ ਦੇਵਤੇ ਦਾ ਨਾਂ ਨਹੀਂ, ਇੱਕ ਪਦਵੀ ਦਾ ਨਾਂ, ਇੱਕ ਉੱਚੀ ਉਪਾਧੀ ਹੈ ਬਈ ਆ ਮੇਰਾ ਜਿਹੜਾ ਰਾਜ ਭਾਗ ਸਿੰਘਾਸਣ ਆ ਇਹ ਨਾ ਖੁੱਸ ਜਾਏ ਮੇਰੇ ਤੋਂ। ਉਹਨੇ ਭਗਵਾਨ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਭਗਵਾਨ ਇਹਨਾਂ ਦੇਵਤਿਆਂ ਦੇ ਹੱਕ ਦੇ ਵਿੱਚ
ਬਲੀ ਰਾਜੇ ਦੀ ਭਗਤੀ ਵਿੱਚ ਵਿਘਨ ਪਾਉਣ ਵਾਸਤੇ ਆ ਪ੍ਰਗਟ ਹੋਇਆ। 52 ਰੂਪ ਵਿੱਚ 52 ਉਂਗਲਾਂ ਦਾ ਬ੍ਰਾਹਮਣ ਦਾ ਰੂਪ ਧਾਰਨ ਕਰ ਲਿਆ। 52 ਨਾਮ 52 ਦਾ 50 ਤੇ 2 52 52 ਰੂਪਾਂ ਦਾ ਮਧਰੇ ਜੇ ਕੱਦ ਦਾ ਬ੍ਰਾਹਮਣ ਬਣ ਕੇ ਨਾ ਜਿੱਥੇ ਰਾਜਾ ਬਲੀ ਭਗਤੀ ਕਰਦਾ ਸੀ ਉਹਦੇ ਦੁਆਰੇ ਆ ਖੜਾ ਹੋਇਆ। ਰਾਜੇ ਬਲੀ ਨੂੰ ਕਹਿਣ ਲੱਗਾ ਵੀ ਕੁਝ ਦਾਨ ਕਰ, ਸੁਣਿਆ ਤੂੰ ਬਹੁਤ ਵੱਡਾ ਭਗਤ ਹੈ। ਕਹਿਣ ਲੱਗਾ ਜੀ ਦੱਸੋ ਬ੍ਰਾਹਮਣ ਜੀ ਦੇਵਤਾ ਜੀ ਕੀ ਦਾਨ ਚਾਹੀਦਾ? ਕਹਿੰਦੇ ਬਹੁਤਾ ਦਾਨ ਨਹੀਂ ਚਾਹੀਦਾ, ਬਸ 2.5 ਕਰਮਾਂ ਧਰਤੀ ਮੈਨੂੰ ਦਾਨ ਵਿੱਚ ਦੇ ਦੇ। ਰਾਜੇ ਬਲ ਨੇ ਸੋਚਿਆ ਬਈ ਠੀਕ ਹੈ ਵੀ 2.5 ਕਰਮਾਂ ਛੋਟਾ ਜਿਹਾ 52 ਉਂਗਲਾਂ ਦਾ ਹੈ, ਇਹਦੀ ਕਰਮ ਕਿੱਡੀ ਕੁ ਹੈ, 2.5 ਕਰਮਾਂ ਦੀ ਭਗਤੀ ਦੇ ਦਿੰਦਾ, ਆਪਣਾ ਧਰਤੀ ਦੇ ਦਿੰਦਾ ਇਹਨੂੰ। ਕਹਿਣ ਲੱਗਾ ਜੀ ਠੀਕ ਹੈ 7 ਵਚਨ ਦੇ ਦਿੰਦਾ, ਪਰ ਕਹਿੰਦਾ ਮੈਨੂੰ ਦੱਸੋ ਭਗਤੀ ਇਹ ਧਰਤੀ ਤੁਸੀਂ ਕਰਨੀ ਕੀ ਹੈ 2.5 ਕਰਮਾਂ। ਉਹ ਜਿਹੜਾ 52 ਰੂਪ ਵਿੱਚ ਅਵਤਾਰ ਆਇਆ ਸੀ ਨਾ, ਉਹ ਕਹਿੰਦਾ ਬਈ ਇਹ ਧਰਤੀ ਜਿਹੜੀ 2.5 ਕਰਮਾਂ ਮੈਂ ਲੈਣੀ ਤੇਰੇ ਦੁਆਰੇ ਤੇ ਆ। ਆ ਜਿਹੜੀ ਛੰਨ ਵਿੱਚ ਬੈਠਾ ਛੱਪਰੀ ਵਿੱਚ ਤੂੰ ਭਗਤੀ ਕਰਦਾ ਨਾ, ਤੇਰੇ ਦਰਵਾਜ਼ੇ ਦੇ ਉੱਤੇ ਇਹ 2.5 ਕਰਮਾਂ ਜਿਹੜੀ ਮੈਂ ਜਗ੍ਹਾ ਲੈਣੀ ਹੈ, ਇੱਥੇ ਖੜ ਕੇ ਮੈਂ ਪਹਿਰੇਦਾਰ ਬਣ ਕੇ ਪਹਿਰਾ ਦਿਆ ਕਰੂੰ, ਤੂੰ ਅੰਦਰ ਭਗਤੀ ਕਰਿਆ ਕਰ। ਰਾਜਾ ਬਲੀ ਕਹਿੰਦਾ ਵੀ ਠੀਕ ਹੈ। ਬਲ ਰਾਜੇ ਨੇ ਕਿਹਾ ਠੀਕ ਆ। ਕਹਿਣ ਲੱਗਾ ਜੀ ਵਚਨ ਦੇ ਵੀ ਤੈਨੂੰ ਦਿੱਤੀ ਇਹ 2.5 ਕਰਮਾਂ ਧਰਤੀ। ਰਾਜੇ ਬਲ ਨੇ ਚੂਲੀ ਛੱਡ ਕੇ ਤੇ ਇਹ ਵਚਨ ਦੇ ਦਿੱਤਾ। ਕਹਿੰਦਾ ਵੀ ਲੈ ਤੈਨੂੰ 2.5 ਕਰਮਾਂ ਧਰਤੀ ਦਿੱਤੀ, ਮਿਲਣ ਲੱਗ। ਜਦੋਂ ਆਹ ਵਚਨ ਲੈ ਲਿਆ ਉਸ ਵੇਲੇ 52 ਅਵਤਾਰ ਨੇ ਵਿਰਾਟ ਰੂਪ ਧਾਰਨ ਕਰਕੇ ਨਾ 2 ਕਰਮਾਂ ਵਿੱਚ ਸਾਰੀ ਧਰਤੀ ਮਿਣ ਦਿੱਤੀ। ਕਹਿੰਦਾ ਵੀ ਇਹ ਤਾਂ 2 ਕਰਮਾਂ ਹੀ ਹੋਈ ਹੈ, ਤੂੰ ਵਚਨ ਕੀਤਾ, ਅੱਧੀ ਕਰਮ ਰਹੇਗੀ ਤੇ ਇਹ ਵੀ ਮੈਨੂੰ ਅੱਧੀ ਕਰਮ ਧਰਤੀ ਦੇ, ਹੁਣ ਕਿੱਥੋਂ ਦੇਣਾ? ਉਹਨੇ ਸੋਚਿਆ ਵੀ ਇਹ ਵਚਨ ਦੇ ਵਿੱਚ ਪੂਰਾ ਨਹੀਂ ਉਤਰੇਗਾ, ਇਹਦੀ ਭਗਤੀ ਵਿੱਚ ਭੰਗਣਾ ਪੈ ਜਾਏਗੀ। ਵਚਨ ਕਰੇ ਤੇ ਖਿਸਕ ਜਾਏ, ਸੋਈ ਨਰ ਕੱਚਾ ਗੁਰਬਾਣੀ ਦੇ ਸ਼ਬਦ ਹੈ ਵੀ ਜਿਹੜਾ ਵਚਨ ਕਰਕੇ ਖਿਸਕ ਜਾਂਦਾ ਨਾ ਵਚਨ ਤੋਂ, ਉਹਨੂੰ ਕੱਚਿਆਂ ਵਿੱਚ ਗਿਣਿਆ ਜਾਂਦਾ, ਫਿਰ ਉਹ ਪੱਕਾ ਬੰਦਾ ਨਹੀਂ ਗਿਣਿਆ ਜਾਂਦਾ, ਉਹਨੂੰ ਮਰਦ ਨਹੀਂ ਗਿਣਿਆ ਜਾਂਦਾ। 10ਵੇਂ ਪਾਤਸ਼ਾਹ ਨੇ ਵੀ ਜਾਫਰਨਾਮੇ ਵਿੱਚ ਲਿਖਿਆ ਨਾ, ਹਮੂ ਮਰਦ ਬਾਇ ਸਵਤ ਸੁਖਨਵਰ ਨਾ ਸੀਕ ਮੇ ਦਿਗਰ ਦਰਦ ਹਾਨੇ ਦਿਗਰ ਐ ਔਰੰਗਜ਼ੇਬ। ਤੇਰੇ ਮੂੰਹ ਦੇ ਉੱਤੇ ਗੱਲ ਕੋਈ ਹੋਰ ਸੀ, ਜ਼ਬਾਨ ਤੇ ਤੇਰੇ ਢਿੱਡ ਵਿੱਚ ਮਨ ਵਿੱਚ ਕੋਈ ਹੋਰ ਚੱਲਦੀਆਂ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਆਪਣੇ ਆਪ ਨੂੰ ਔਰੰਗਜ਼ੇਬ ਚੱਕਰਵਰਤੀ ਸਮਰਾਟ ਬਾਦਸ਼ਾਹ ਸਮਝਦਾ, ਮੈਂ ਤਾਂ ਤੈਨੂੰ ਬੰਦਾ ਵੀ ਨਹੀਂ ਸਮਝਦਾ। ਬੰਦਾ ਹੀ ਉਹ ਹੁੰਦਾ ਜਿਹੜਾ ਵਚਨ ਦੇ ਉੱਤੇ ਪੂਰਾ ਰਹੇ, ਜਿਹੜਾ ਵਚਨ ਤੋਂ ਖਿਸਕ ਜਾਏ, ਵਚਨ ਕਰਕੇ ਵਚਨਾਂ ਤੋਂ ਮੁੱਕਰੇ, ਸਤਿਗੁਰੂ ਦੀ ਨਜ਼ਰ ਵਿੱਚ ਉਹ ਬੰਦਾ ਨਹੀਂ ਹੈ। ਗੁਰਬਾਣੀ ਕਹਿੰਦੀ ਸੋਈ ਨਰ ਕੱਚਾ, ਕੱਚਾ ਹੈ ਉਹ ਬੰਦਾ, ਕੱਚਿਆਂ ਵਿੱਚ ਗਿਣਤੀ, ਪੱਕਿਆਂ ਦੇ ਵਿੱਚ ਨਹੀਂ। ਸੋ ਜਦੋਂ ਬਲ ਰਾਜੇ ਨੇ ਇਹ 2 ਕਰਮਾਂ ਧਰਤੀ ਤਾਂ ਸਾਧ ਸੰਗਤ 52 ਭਗਵਾਨ ਨੇ ਮਿਲ ਲਈ, ਵੱਡਾ ਵਿਰਾਟ ਸਰੂਪ ਧਾਰਨ ਕਰਕੇ ਅੱਧਾ ਕਰਮ ਧਰਤੀ ਰਹਿ ਗਈ। ਰਾਜੇ ਬਲੀ ਨੇ ਆਪਣਾ ਵਚਨ ਪੂਰਾ ਕਰਨ ਵਾਸਤੇ ਕਹਿੰਦਾ ਭਗਵਾਨ ਜੀ ਲਓ, ਕਹਿੰਦਾ ਛਾਤੀ ਫੈਲਾ ਦਿੱਤੀ ਆਪਣੀ, ਕਹਿੰਦਾ ਅੱਧੀ ਕਰਮ ਆ ਮਿਲ ਲਓ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰਬਾਣੀ ਦੇ ਵਿੱਚ ਵਚਨ ਆਉਂਦੇ ਆ, ਨਾਮਾ ਕਹੈ ਭਗਤ ਬਸ ਕੇਸਵ ਅਜ ਹੂੰ ਬਲ ਕੇ ਦੁਆਰ ਖੜੋ। ਅੱਜ ਤੱਕ ਵੀ ਬਲੀ ਰਾਜੇ ਦੇ ਦੁਆਰੇ ਦੇ ਉੱਤੇ ਭਗਵਾਨ ਖੜਾ। ਕਿਉਂ ਖੜਾ? ਜਦੋਂ ਅੱਧਾ ਕਰਮ ਆਪਣੀ ਛਾਤੀ ਬਣਾ ਦਿੱਤੀ ਨਾ, ਛਾਤੀ ਮਿਲਣ ਵਾਸਤੇ 52 ਰੂਪ ਵਾਲੇ ਜਿਹੜੇ ਅਵਤਾਰ ਨੇ ਵਿਰਾਟ ਸਰੂਪ ਧਾਰਿਆ ਸੀ, ਬਲੀ ਰਾਜੇ ਦੀ ਛਾਤੀ ਦੇ ਉੱਤੇ ਐਸਾ ਚਰਨ ਰੱਖਿਆ, ਆਪਣਾ 7ਵੇਂ ਪਤਾਲ ਦੇ ਵਿੱਚ ਧਸਾ ਦਿੱਤਾ, ਹੇਠਾਂ ਲੈ ਗਿਆ ਉਹਨੂੰ, ਵੀ ਉੱਪਰ ਰਹੀ ਨਾ, ਧਰਤੀ ਤੇ ਭਗਤੀ ਕਰੀ ਨਾ। ਜਦੋਂ ਆਪਣਾ ਕੰਮ ਕਰਕੇ ਵਾਪਸ ਜਾਣ ਲੱਗਿਆ, ਗਿੱਟੇ ਤੋਂ ਫੜ ਲਿਆ ਰਾਜੇ ਬਲੀ ਨੇ ਭਗਵਾਨ ਨੂੰ। ਕਹਿੰਦਾ ਭਗਵਾਨ ਜੀ ਚੱਲੇ ਕਿੱਧਰ ਹੈ? ਕਹਿਣ ਲੱਗਾ ਵੀ ਮੇਰਾ ਕੰਮ ਹੋ ਗਿਆ, ਆਹੀ ਕੰਮ ਵਾਸਤੇ ਮੈਂ ਆਇਆ ਸੀ, ਅਵਤਾਰ ਧਾਰਿਆ ਸੀ, ਮੇਰਾ ਕੰਮ ਖਤਮ ਹੋਣ ਮੈਂ ਚੱਲਿਆ। ਕਹਿੰਦਾ ਐਉਂ ਨਹੀਂ ਜਾਣ ਦਿੰਦਾ, ਵਚਨ ਕੀਤਾ ਤੁਸੀਂ ਮੇਰੇ ਨਾਲ ਵੀ 2.5 ਕਰਮਾਂ ਧਰਤੀ ਦੇ ਦੇ ਤੇ ਤੇਰੇ ਦੁਆਰੇ ਦੇ ਉੱਤੇ ਪਹਿਰੇਦਾਰ ਬਣ ਕੇ ਖੜੂੰਗਾ, ਤੂੰ ਅੰਦਰ ਭਗਤੀ ਕਰਿਆ ਕਰ, ਤੇ 2.5 ਕਰਮਾਂ ਧਰਤੀ ਦੇ ਵਿੱਚ ਮੈਂ ਬਾਹਰ ਪਹਿਰੇਦਾਰ ਬਣ ਕੇ ਖੜੂੰਗਾ। ਗੁਰਬਾਣੀ ਵਿੱਚ ਗਵਾਹੀ ਹੈ, ਨਾਮਾ ਕਹੈ ਭਗਤ ਵਸ ਕੇਸਵ ਅਜ ਹੂੰ ਬਲ ਕੈ ਦੁਆਰ ਖੜੋ। ਉਹ ਰਾਜੇ ਬਲੀ ਦੇ ਪ੍ਰੇਮ ਪੂਰਵਕ ਬਚਨ ਦਾ ਬੰਨਿਆ ਹੋਇਆ ਰੱਬ ਕਹਿੰਦੇ ਅੱਜ ਵੀ ਰਾਜੇ ਬਲੀ ਦੇ ਦੁਆਰੇ ਦੇ ਉੱਤੇ ਖੜਾ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਗੁਰਬਾਣੀ ਵਿੱਚ ਸ਼ਬਦ ਇਹ ਆ ਰਿਹਾ ਕਿ ਸਤਜੁਗ ਤੈ ਮਾਣਿਓ, ਸਤਜੁਗ ਦੇ ਵਿੱਚ ਇਹ ਆਨੰਦ ਮਾਣਿਆ, ਇਹ ਚੰਗਾ ਲੱਗਿਆ ਵਾਹਿਗੁਰੂ ਨੂੰ। ਛਲਿਓ ਬਲ 52 ਭਾਇਓ, 52 ਰੂਪ ਅਵਤਾਰ ਨੂੰ ਭੇਜ ਕੇ ਰਾਜੇ ਬਲੀ ਨੂੰ
ਛਲਿਆ, ਉਹਦੇ ਨਾਲ ਛਲ ਧੋਖਾ ਪ੍ਰੇਮ ਕੀਤਾ। ਤ੍ਰੇਤੇ ਤੈ ਮਾਣਿਓ ਤ੍ਰੇਤੇ ਯੁੱਗ ਦੇ ਵਿੱਚ ਕਹਿੰਦੇ ਇਉਂ ਚੰਗਾ ਲੱਗਿਆ। ਰਾਮ ਰਘੁਵੰਸ ਕਹਾਇਓ ਇੱਕ ਅਵਤਾਰ ਭੇਜਿਆ ਰਾਮਚੰਦਰ ਦੇ ਰੂਪ ਦੇ ਵਿੱਚ, ਸੋ ਉਹ ਰਘੁਵੰਸ਼ੀ ਕਹਾਇਆ, ਰਘੂ ਕੁਲ ਦਾ ਜਿਹੜਾ ਸ੍ਰੇਸ਼ਟ ਕਹਾਇਆ। ਦੁਆਪਰ ਕ੍ਰਿਸ਼ਨ ਮੁਰਾਰੀ ਤੇ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਮੁਰਾਰੀ ਮੁਰ ਨਾਮੇ ਰਾਖਸ਼ ਨੂੰ ਮਾਰਨ ਵਾਲਾ ਬਣ ਕੇ ਅਵਤਾਰ ਇੱਕ ਆਇਆ, ਕੰਸ ਕਰਤਾਰਤ ਕੀਓ ਜਿਹਨੇ ਕੰਸ ਨੂੰ ਮਾਰ ਕੇ ਉਹਦਾ ਭਲਾ ਕੀਤਾ, ਉਹਦਾ ਜਨਮ ਸਫਲਾ ਕੀਤਾ। ਉਗਰਸੈਨ ਕੋ ਰਾਜ ਤੇ ਫਿਰ ਆਪਣੇ ਨਾਨੇ ਉਗਰਸੈਨ ਨੂੰ ਰਾਜ ਭਾਗ ਦੀ ਬਖਸ਼ਿਸ਼ ਕੀਤੀ। ਅਭੈ ਭਗਤੈ ਜਨ ਦਿਓ ਤੇ ਆਪਣੇ ਹੋਰ ਭਗਤਾਂ ਨੂੰ ਅਭੈ ਪਦਵੀ ਜਿਹੜੀ ਬਖਸ਼ਿਸ਼ ਕੀਤੀ ਕ੍ਰਿਸ਼ਨ ਨੇ। ਕਲਯੁਗ ਨ ਪ੍ਰਮਾਣ ਨਾਨਕ ਗੁਰੂ ਪਰ ਕਲਯੁਗ ਦੇ ਵਿੱਚ ਪ੍ਰਮਾਣਿਕ ਗੁਰੂ ਜਿਹੜੇ ਉਹ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦਾ ਅਵਤਾਰ, ਆਪ ਅਕਾਲ ਪੁਰਖ ਆਇਆ। ਅੰਗਦ ਅੰਮ੍ਰਿਤ ਕਹਾਇਓ ਤੇ ਉਹਨਾਂ ਤੋਂ ਅੱਗੇ ਗੁਰਜੋਤ ਜਿਹੜੀ ਅੱਗੇ ਵਰਤੀ ਅੰਗ ਲੱਗ ਕੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣੇ ਤੇ ਅੱਗੇ ਗੁਰੂ ਅਮਰਦਾਸ ਜੀ ਕਹਾਏ। ਸ੍ਰੀ ਗੁਰੂ ਰਾਜ ਅਵਚਰ ਅਟਲ ਕਿਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਰਾਜ ਹੈ ਉਹ ਅਬਚਲ ਹੈ, ਚਲਾਏਮਾਨ ਨਹੀਂ ਹੈ, ਅਟਲ ਹੈ, ਟਲਣ ਵਾਲਾ ਨਹੀਂ। ਹਮੇਸ਼ਾ ਵਾਸਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਜ ਭਾਗ, ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੇ ਵਿੱਚ ਇਹ ਧਰਤੀ ਤੇ ਆਉਣਾ, ਇਹ ਜੁਗੋ ਜੁਗ ਅਟਲ ਹੈ। ਆਦਿ ਪੁਰਖ ਪਰਮਾਇਓ ਕਿਉਂ ਜਿਹੜਾ ਆਦਿ ਪੁਰਖ ਅਕਾਲ ਪੁਰਖ ਵਾਹਿਗੁਰੂ ਹੈ, ਸੋ ਉਹਨੇ ਜਿਵੇਂ ਪ੍ਰਮਾਣ ਕੀਤਾ ਉਹਦੇ ਹੁਕਮ ਦੇ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਇਹ ਧਰਤੀ ਦੇ ਉੱਤੇ ਆਏ। ਕਿਸੇ ਦੇਵੀ ਦੇਵਤੇ ਦਾ ਅਵਤਾਰ ਨਹੀਂ ਹਨ। ਸਤਿਗੁਰੂ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਹਨ। ਅਕਾਲ ਪੁਰਖ ਵਾਹਿਗੁਰੂ ਦੀ ਜੋਤ ਲੈ ਕੇ ਇਹ ਸੰਸਾਰ ਦੇ ਉੱਤੇ ਆਏ ਆ। ਦੁਨੀਆ ਵਿੱਚ ਅਵਤਾਰ ਬਹੁਤ ਆਏ ਆ, ਉਹਨਾਂ ਅਵਤਾਰਾਂ ਨਾਲੋਂ ਫਰਕ ਕੀ ਹੈ? ਜਦੋਂ ਵਿਦਵਾਨਾਂ ਨੇ ਨਿਰਣਾ ਕਰਨਾ ਹੁੰਦਾ ਨਾ ਅਵਤਾਰਾਂ ਦਾ ਵੀ ਅਧਿਕਤਾ ਕਿਹਦੇ ਵਿੱਚ ਹੈ, ਨਿਊਨਤਾਈ ਕਿਹਦੇ ਵਿੱਚ ਹੈ, ਘਾਟਾ ਕਿਹਦੇ ਵਿੱਚ ਹੈ, ਤੇ ਪੰਜ ਚੀਜ਼ਾਂ ਕਰਕੇ ਵਿਦਵਾਨ ਪਰਖ ਕਰਦੇ ਆ: ਸ਼ਕਤੀ, ਵਿਅਕਤੀ, ਪ੍ਰਗਿਆ, ਆਯੂ ਤੇ ਕਰਤੱਵ। ਪੰਜ ਚੀਜ਼ਾਂ ਵੇਖੀਆਂ ਜਾਂਦੀਆਂ। ਇਹ ਪੰਜੇ ਚੀਜ਼ਾਂ ਦਾ ਜੇਕਰ ਆਪਾਂ ਨਿਰਣਾ ਕਰਨਾ ਹੋਵੇ ਨਾ ਗੁਰੂ ਕੀ ਸੰਗਤ ਨੇ, ਤੇ ਆਪਾਂ ਥੋੜਾ ਜਿਹਾ ਵਿਚਾਰ ਲੈਂਦੇ ਆ ਵੀ ਪੰਜੇ ਚੀਜ਼ਾਂ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਲੱਖਣ ਕਿਵੇਂ ਆ, ਸਰਮੌਰ ਕਿਵੇਂ ਆ। ਸ਼ਕਤੀਆਂ ਦੇ ਵਿੱਚ ਦੇਖ ਲਈਏ, ਭਗਵਾਨ ਰਾਮਚੰਦਰ ਜੀ ਉਹ ਸੀਮਤ ਸ਼ਕਤੀਆਂ ਲੈ ਕੇ ਦੁਨੀਆ ਦੇ ਉੱਤੇ ਆਏ। 12 ਕਲਾ 14 ਕਲਾ ਉਹਨਾਂ ਨੂੰ ਅਵਤਾਰ ਮੰਨਿਆ ਜਾਂਦਾ। ਭਗਵਾਨ ਕ੍ਰਿਸ਼ਨ ਜੀ ਨੂੰ 16 ਕਲਾ ਸੰਪੂਰਨ ਮੰਨਿਆ ਜਾਂਦਾ, ਪਰ ਗੁਰੂ ਨਾਨਕ ਦੇਵ ਜੀ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਅਨੰਤ ਸ਼ਕਤੀਆਂ ਦੇ ਮਾਲਕ ਹੈ, ਕੋਈ ਸ਼ਕਤੀਆਂ ਦੀ ਗਿਣਤੀ ਮਿਣਤੀ ਨਹੀਂ। ਫਿਰ ਜੇ ਵਿਅਕਤੀ ਪ੍ਰਤਿਭਾ ਕਰਕੇ, ਸ਼ਖਸੀਅਤ ਕਰਕੇ, ਸਤਿਗੁਰੂ ਜੀ ਦੀ ਪਰਸਨੈਲਿਟੀ ਦਾ ਸਾਧ ਸੰਗਤ ਜੀ ਜੇਕਰ ਆਪਾਂ ਇਹ ਨਿਰਣਾ ਕਰਕੇ ਦੇਖੀਏ ਵੀ ਪਹਿਲੇ ਅਵਤਾਰਾਂ ਨਾਲੋਂ ਕਿਵੇਂ ਮਹਾਨ ਨੇ, ਉਹਨਾਂ ਦਾ ਵਿਅਕਤੀਤਵ ਦੇਖੋ। ਨਾ ਰਾਮਚੰਦਰ ਜੀ ਦੇ ਦਾੜਾ ਆਇਆ, ਨਾ ਕ੍ਰਿਸ਼ਨ ਜੀ ਦੇ ਦਾੜਾ ਆਇਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੀ ਸੋਹਣਾ ਦਾੜਾ, ਕਿੰਨਾ ਸੋਹਣਾ ਸਰੂਪ ਹੈ। ਭਗਤਾਂ ਦੇ ਧਿਆਨ ਧਾਰਨ ਨੂੰ, ਗੁਰਸਿੱਖਾਂ ਦੇ ਧਿਆਨ ਧਾਰਨ ਨੂੰ ਸਤਿਗੁਰੂ ਜੀ ਇਉਂ ਵਿਅਕਤੀਗਤ ਤੌਰ ਦੇ ਉੱਤੇ ਪਰਸਨੈਲਿਟੀ ਦੇ ਵਿੱਚ, ਵਿਅਕਤੀ ਰੂਪ ਦੇ ਵਿੱਚ ਵੀ ਸਤਿਗੁਰੂ ਜੀ ਦੀ ਸ਼ਖਸੀਅਤ ਵੀ ਮਹਾਨ ਹੈ, ਵੱਡੀ ਹੈ ਇਹਨਾਂ ਦੇਵੀ ਦੇਵਤਿਆਂ ਅਵਤਾਰਾਂ ਦੇ ਨਾਲ। ਔਰ ਇਸੇ ਪ੍ਰਕਾਰ ਸ਼ਕਤੀ, ਵਿਅਕਤੀ ਤੇ ਪ੍ਰਗਿਆ, ਗਿਆਨ। ਪ੍ਰਗਿਆ ਨਾਮ ਬੁੱਧੀ ਦਾ, ਗਿਆਨ ਦਾ। ਸਤਿਗੁਰੂ ਜੀ ਦਾ ਗਿਆਨ ਕਿੰਨਾ ਗਿਆਨ ਹੈ। ਆ ਦੇਖੋ ਕੀ ਸੋਹਣੇ ਸ਼ਬਦ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੇ ਆ, ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਮਾਤਰ ਦਾ ਉਧਾਰ ਹੋ ਰਿਹਾ ਤੇ ਹੋਵੇਗਾ। ਜੁਗੋ ਜੁਗ ਅਟਲ ਗੁਰਬਾਣੀ ਸਤਿਗੁਰੂ ਜੀ ਨੇ ਉਚਾਰਨ ਕਰ ਦਿੱਤੀ ਹੈ। ਪਹਿਲੇ ਅਵਤਾਰ ਜਿਹੜੇ ਹੋਏ ਆ ਦੇਵੀ ਦੇਵਤਿਆਂ ਦੇ ਸਤਿਕਾਰਯੋਗ ਹੈ, ਪਰ ਨਿਰਣਾ ਕਰਨਾ ਜਦੋਂ ਆਪਾਂ ਉਦੋਂ ਦੇਖਾਂਗੇ। ਰਾਮਚੰਦਰ ਜੀ ਨੇ ਕੀ ਕੀਤਾ ਸਾਰੀ ਉਮਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ। ਬਨਵਾਸ ਕੱਟਿਆ ਪਿਤਾ ਦਾ ਵਚਨ ਮੰਨ ਕੇ, ਜਾਂ ਘਰਵਾਲੀ ਨੂੰ ਰਾਵਣ ਚੁੱਕ ਕੇ ਲੈ ਗਿਆ ਤੇ ਘਰਵਾਲੀ ਨੂੰ ਵਾਪਸ ਲਿਆਉਣ ਵਾਸਤੇ ਲੜਾਈ ਕੀਤੀ। ਦੋ ਹੀ ਕੰਮ ਕੀਤੇ ਆ ਨਾ। ਉਹ ਤੋਂ ਬਾਅਦ ਆਪਣੇ ਘਰ ਆਏ, ਧੋਬੀ ਦੇ ਕਹਿਆ ਘਰਵਾਲੀ ਨੂੰ ਘਰੋਂ ਕੱਢਤਾ ਸ਼ੱਕ ਕਰਕੇ, ਤੇ ਬਾਅਦ ਵਿੱਚ ਆਪਣੇ ਪੁੱਤਰਾਂ ਦੇ ਨਾਲ ਲਵ ਕੁਸ਼ ਦੇ ਨਾਲ ਹੀ ਜੰਗ ਕੀਤਾ। ਜੰਗ ਵੀ ਕਰ ਲਿਆ
ਪਰ ਪੁੱਤਰ ਮੋਹ ਫੇਰ ਨਹੀਂ ਗਿਆ, ਬਾਅਦ ਵਿੱਚ ਰਾਜ ਭਾਗ ਵੀ ਪੁੱਤਰਾਂ ਨੂੰ ਬਖਸ਼ਿਸ਼ ਕੀਤਾ। ਇਹ ਕਾਰਜ ਜਿਹੜੇ ਰਾਮਚੰਦਰ ਜੀ ਨੇ ਕੀਤੇ ਆ। ਤੇ ਇੱਧਰ ਸਤਿਗੁਰੂ ਨਾਨਕ ਦੇਵ ਜੀ ਨੂੰ ਦੇਖ ਲਓ ਕਿ ਪੁੱਤਰਾਂ ਦਾ ਮੋਹ ਕੀਤਾ, ਘਰਵਾਲੀ ਦਾ ਮੋਹ ਕੀਤਾ। ਜਦੋਂ ਸੀਤਾ ਦਾ ਵਿਛੋੜਾ ਪੈਂਦਾ, ਭਗਵਾਨ ਰਾਮਚੰਦਰ ਜੀ ਜੰਗਲਾਂ ਦੇ ਵਿੱਚ ਵਣਾਂ ਵਿੱਚ ਦਰਖਤਾਂ ਨੂੰ ਗਲ ਲਾ ਕੇ ਰੋ ਰੋ ਕੇ ਪੁੱਛਦੇ ਆ, ਇਹ ਦਰਖਤੋ ਜੰਗਲ ਦੇ ਬਣੋ, ਕੀ ਤੁਸੀਂ ਕਿਸੇ ਪਾਸੇ ਸੀਤਾ ਦੇਖੀ ਹੈ? ਜਦੋਂ ਸੀਤਾ ਚੜ੍ਹਾਈ ਕਰ ਗਏ ਮਾਤਾ ਸੀਤਾ ਜੀ, ਤੇ ਉਸ ਵੇਲੇ ਘਰਵਾਲੀ ਦੇ ਵਿਯੋਗ ਦੇ ਵਿੱਚ ਅੰਦਰ ਬਹਿ ਕੇ 10ਵੇਂ ਦੁਆਰ ਦੁਆਰਾ ਪ੍ਰਾਣ ਛੱਡ ਦਿੱਤੇ ਸੀ ਭਗਵਾਨ ਰਾਮਚੰਦਰ ਨੇ। ਦਰਵਾਜ਼ੇ ਦੇ ਉੱਤੇ ਲక్ష్మణ ਨੂੰ ਬਿਠਾ ਕੇ ਪਹਿਰੇਦਾਰ ਅੰਦਰ ਬੈਠ ਕੇ ਨਾ ਕਮਰੇ ਦੇ ਵਿੱਚ ਪ੍ਰਾਣ ਤਿਆਗ ਦਿੱਤੇ ਸੀ। ਇੱਧਰ ਸਤਿਗੁਰੂ ਨਾਨਕ ਦੇਵ ਜੀ ਦਾ ਜੀਵਨ ਦੇਖੋ, ਬਹੁਤ ਆ ਕੇ ਸੱਸ ਸਹੁਰੇ ਨੇ, ਚੰਦੋ ਰਾਣੀ ਨੇ, ਭਾਈ ਬੂਲੇ ਨੇ ਸਮਝਾਇਆ, ਹੋਰ ਨਗਰ ਦੇ ਲੋਕਾਂ ਨੇ ਸਮਝਾਇਆ, ਪਰ ਜੇ ਇੱਕ ਵਾਰੀ ਉਪਰਾਮਤਾ ਧਾਰਨ ਕਰ ਲਈ, ਦੀਨ ਦੁਨੀਆ ਨੂੰ ਤਾਰਨ ਵਾਸਤੇ ਨਿਕਲ ਪਏ, ਮੁੜ ਕੇ ਘਰੇ ਨਹੀਂ ਵੜੇ। ਦੁਨੀਆ ਦੇ ਲੋਕ ਕਰਾਈਆ ਕਹਿੰਦੇ ਰਹੇ, ਮੂਰਖ ਕਹਿੰਦੇ ਰਹੇ, ਪਰ ਸਤਿਗੁਰੂ ਨੇ ਆਪਣਾ ਰਸਤਾ ਨਹੀਂ ਛੱਡਿਆ। ਵਪਾਰ ਰਾਜ ਭਾਗ ਕੀ ਨਹੀਂ ਸੀ ਸਤਿਗੁਰੂ ਕੋਲੇ, ਸਭ ਕੁਝ ਛੱਡ ਦਿੱਤਾ। ਮੋਦੀ ਖਾਨਾ ਕਿੰਨਾ ਸੋਹਣਾ ਚੱਲਦਾ ਸੀ, ਛੱਡ ਗਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗਿਆਨ ਦੇ ਵਿੱਚ ਵੀ, ਵਿਅਕਤੀਗਤ ਤੌਰ ਦੇ ਉੱਤੇ ਵੀ ਬਾਕੀ ਅਵਤਾਰਾਂ ਨਾਲੋਂ ਸ੍ਰੇਸ਼ਟ ਹੈ। ਕ੍ਰਿਸ਼ਨ ਭਗਵਾਨ ਦੀ ਗੱਲ ਲੈ ਲਓ, ਉਹਨਾਂ ਨੇ ਸਾਧ ਸੰਗਤ ਜੀ ਸਾਰੀ ਉਮਰ ਅਰਜੁਨ ਦਾ ਰਥ ਹੀ ਚਲਾਇਆ। ਭਗਵਾਨ ਰਾਮਚੰਦਰ ਜੀ ਨੇ ਤਾਂ ਕੋਈ ਬਾਣੀ ਉਚਾਰਨ ਹੀ ਨਹੀਂ ਕੀਤੀ, ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਹੈ, ਪਰ ਉਹ ਵੀ ਥੋੜ੍ਹੇ ਜਿਹੇ ਸ਼ਬਦ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੇ ਮੁਤਾਬਕ, ਗੁਰਬਾਣੀ ਦੇ ਬਰਾਬਰ ਕੋਈ ਸ਼ਬਦ ਦੀ ਤੁਲਨਾ ਕੀਤੀ ਜਾ ਸਕਦੀ ਹੈ? ਇਉਂ ਸਤਿਗੁਰੂ ਜੀ ਬੁੱਧੀ ਕਰਕੇ ਵੀ, ਕਿਸ ਤਰ੍ਹਾਂ ਦੀ ਬੁੱਧੀ ਸੀ, ਵੱਡੇ ਵੱਡੇ ਸਿੱਧਾਂ ਜੋਗੀਆਂ ਨਾਥਾਂ ਦੇ, ਮੁੱਲਾ ਮੁਲਾਣਿਆਂ ਦੇ, ਹਿੰਦੂ ਬ੍ਰਾਹਮਣਾਂ ਦੇ ਜਾ ਕੇ ਤੀਰਥਾਂ ਦੇ ਉੱਤੇ, ਉਹਨਾਂ ਦੇ ਧਰਮ ਸਥਾਨਾਂ ਉੱਤੇ ਮਾਣ ਹੰਕਾਰ ਤੋੜੇ ਨਾ। ਇਉਂ ਸਤਿਗੁਰੂ ਜੀ ਬੁੱਧੀ ਵਿੱਚ ਵੀ ਸ੍ਰੇਸ਼ਟ ਹੈ। ਸ਼ਕਤੀ, ਵਿਅਕਤੀ, ਪ੍ਰਗਿਆ, ਤੇ ਇਸੇ ਤਰ੍ਹਾਂ ਕਰਤੱਵ ਪੱਥਰਾਂ ਦੇ ਵਿੱਚ ਪੰਜੇ ਲਾ ਦੇਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕ ਆਪਾਂ ਪੜ੍ਹ ਸੁਣ ਹੀ ਰਹੇ ਹਾਂ, ਵਿਸਥਾਰ ਵਿੱਚ ਨਾ ਜਾਈਏ। ਹਰ ਪ੍ਰਕਾਰ ਕਰਕੇ ਸਤਿਗੁਰੂ ਜੀ ਸ੍ਰੇਸ਼ਟ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹੈ, ਕਿਸੇ ਦੇਵੀ ਦੇਵਤੇ ਦੇ ਅਵਤਾਰ ਨਹੀਂ। ਅੱਗੇ ਕਵੀ ਜੀ ਨਿਰਣਾ ਕਰਕੇ ਦੱਸਦੇ ਆ ਵੀ ਜਿਹੜੀ ਪੰਕਤੀ ਆਉਂਦੀ ਹੈ, ਤੂੰ ਤਾਂ ਜਨਕ ਰਾਜਾ ਅਵਤਾਰ, ਵੀ ਜਨਕ ਰਾਜੇ ਦੇ ਅਵਤਾਰ ਨਹੀਂ ਸੀ, ਕਿਉਂ ਲਿਖੀ ਗਈ ਆ, ਇਹਦਾ ਨਿਰਣਾ ਦੱਸਣਗੇ ਅੱਗੇ। ਸੋਈਏ ਮਹੱਲੇ ਪਹਿਲੇ ਕੀ ਦੋਹਰਾ ਇਤਿਹਾਸ ਸ੍ਰੀ ਗ੍ਰੰਥ ਮੈਂ। ਸੋ ਇਸ ਪ੍ਰਕਾਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਲਿਖੇ ਸੋਈਏ ਬ੍ਰਿੰਦ, ਅਨੇਕਾਂ ਸਵਈਏ ਜਿਹੜੇ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾ ਵਿੱਚ ਲਿਖੇ ਹੋਏ ਆ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਕਿਸੇ ਦੇਵੀ ਦੇਵਤੇ ਜਾਂ ਰਾਜੇ ਦੇ ਅਵਤਾਰ ਨਹੀਂ ਸਨ। ਨਿਰੰਕਾਰ ਆਕਾਰ ਭੇ, ਸਗੋਂ ਨਿਰੰਕਾਰ ਦਾ ਜਿਹੜਾ ਆਕਾਰ ਤੋਂ ਰਹਿਤ ਵਾਹਿਗੁਰੂ ਹੈ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਉਹਨਾਂ ਨੇ ਸਰੂਪ ਧਾਰਿਆ ਹੈ। ਸ੍ਰੀ ਗੁਰ ਆਨੰਦ ਕੰਦ, ਆਨੰਦ ਦੇ ਦਾਤੇ, ਖੁਸ਼ੀਆਂ ਬਖਸ਼ਣ ਵਾਲੇ ਸਤਿਗੁਰੂ ਨਾਨਕ ਦੇਵ ਜੀ। ਤਬ ਪਈ ਮੋਹਰ ਮਹੋ ਸ੍ਰੀ ਗੁਰੂ ਗ੍ਰੰਥ ਕਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਾਰ-ਬਾਰ ਆਖਿਆ ਹੈ। ਸੋ ਤੁਮ ਸਾਧ ਸੋਕੇ ਝੂਠੋ ਰਹਾ। ਕਹਿੰਦੇ ਭਾਈ ਸਰੋਤਿਓ, ਕਵੀ ਸੰਤੋਖ ਸਿੰਘ ਜੀ ਪੁੱਛਦੇ ਆ, ਕਹਿੰਦੇ ਤੁਸੀਂ ਉਹਨਾਂ ਸ਼ਬਦਾਂ ਨੂੰ ਸੱਚ ਜਾਣਦੇ ਹੋ ਕਿ ਝੂਠ ਮੰਨਦੇ ਹੋ ਗੁਰੂ ਕੀ ਬਾਣੀ ਨੂੰ? ਵਾਕ ਗ੍ਰੰਥ ਕੋ ਸੱਚ ਜੋ ਮੰਨੇ, ਜਿਹੜਾ ਤਾਂ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੇ ਵਾਕਾਂ ਨੂੰ ਸੱਚ ਮੰਨੇਗਾ, ਨਾਨਕ ਹਰਿ ਅਵਤਾਰ ਪਛਾਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਸੇ ਦੇਵੀ ਦੇਵਤੇ ਜਾਂ ਰਾਜੇ ਜਨਕ ਦਾ ਅਵਤਾਰ ਮੰਨਣ ਦੀ ਬਜਾਏ ਹਰੀ ਦਾ, ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਮੰਨੇਗਾ, ਪਛਾਣੇਗਾ। ਸ੍ਰੀ ਅਰਜਨ ਤੇ ਰਹਿਤਕਾਰੀ, ਉਹਦਾ ਕਹਿੰਦੇ ਪਾਰ ਉਤਾਰਾ ਹੋਵੇਗਾ। ਇਉਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਗਾੜੀ ਅੱਗੇ ਸਨਮੁਖ ਰਹਿਣ ਵਾਲੇ ਹਜੂਰੀਏ ਸਿੱਖ, ਭਇਓ ਗ੍ਰੰਥ ਕੋ ਜੋਨ ਲਖਾਰੀ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਿਖਾਰੀ ਵੀ ਹੋਏ ਹਨ। ਤਾਂ ਕੀ ਕਈ ਸੁਨੋ ਅਵਸਾਖੀ, ਉਹਨਾਂ ਦੀ ਕਹੀ ਹੋਈ ਸਾਖੀ ਗਵਾਹੀ ਸੁਣੋ ਹੁਣ। ਸ੍ਰੀ ਗੁਰਦਾਸ ਨਾਮ ਜਿਉ ਭਾਖੀ, ਉਹ ਗੁਰੂ ਕਾ ਸਿੱਖ ਜੀ ਦਾ ਨਾਮ ਭਾਈ ਗੁਰਦਾਸ ਹੈ, ਜਿਨੇ ਇਹ ਸਤਿਗੁਰੂ ਜੀ ਦੀ ਜਿਹੜੀ ਮਹਿਮਾ ਦੇ ਵਿੱਚ
ਇਹ ਸਾਖੀ ਇਹ ਪ੍ਰਮਾਣ ਦਿੱਤਾ ਹੈ। ਭਾਈ ਗੁਰਦਾਸੋ ਵਾਚ ਭਾਈ ਗੁਰਦਾਸ ਜੀ ਨੇ ਜਿਵੇਂ ਆਖਿਆ ਹੈ ਨਿਰੰਕਾਰ ਨਾਨਕ ਦਿਓ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਦਾ ਸਰੂਪ ਹਨ। ਨਿਰੰਕਾਰ ਆਕਾਰ ਬਣਾਇਆ ਔਰ ਨਿਰੰਕਾਰ ਨੇ ਆਕਾਰ ਤੋਂ ਰਹਿਤ ਵਾਹਿਗੁਰੂ ਨੇ ਆਪ ਹੀ ਗੁਰੂਦੇਵ ਗੁਰੂ ਨਾਨਕ ਦੇ ਸਰੂਪ ਬਣਾਇਆ ਹੈ। ਗੁਰ ਅੰਗਦ ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਦੇ ਅੰਗ ਲੱਗ ਕੇ ਭਾਈ ਲਹਿਣੇ ਤੋਂ ਗੁਰੂ ਅੰਗਦ ਬਣ ਗਏ। ਅੰਗੋ ਜਾਣ ਤਰੰਗ ਉਠਾਇਆ ਇਉਂ ਜਾਣ ਲਓ ਵੀ ਜਿਵੇਂ ਗੰਗਾ ਦੇ ਵਿੱਚੋਂ ਲਹਿਰਾਂ ਉੱਠੀਆਂ ਹੋਣ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋਤ ਜਿਹੜੀ ਹੈ ਉਹ ਭਾਈ ਲਹਿਣੇ ਦੇ ਵਿੱਚ ਜਦੋਂ ਚਲੀ ਗਈ ਸਰੀਰ ਦੇ, ਤੇ ਜਿਵੇਂ ਲਹਿਰਾਂ ਜਿਹੜੀਆਂ ਉਹ ਗੰਗਾ ਦੇ ਨਾਲ ਵੱਖਰੀਆਂ ਤਾਂ ਨਹੀਂ ਹੁੰਦੀਆਂ ਨਾ, ਉਹੀ ਪਾਣੀ ਹੁੰਦਾ। ਇਉਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਹੀ ਸਰੂਪ ਹਨ। ਅਮਰਦਾਸ ਗੁਰ ਅੰਗਦ ਫਿਰ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਹੋਏ। ਜੋਤ ਸਰੂਪ ਜਗਤ ਵਰਤਾਇਆ ਇਉਂ ਜਿਹੜੀ ਜੋਤੀ ਹੈ ਉਹ ਵੱਖਰੇ ਵੱਖਰੇ ਸਰੂਪਾਂ ਦੇ ਵਿੱਚ ਚੱਲਦਾ ਜਿਹੜਾ ਵਰਤਾਰਾ ਵਰਤਿਆ। ਜੋਤ 오ਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਹੈ। ਗੁਰ ਅਮਰੋ ਗੁਰ ਰਾਮਦਾਸ ਗੁਰੂ ਅਮਰਦਾਸ ਜੀ ਤੋਂ ਅੱਗੇ ਗੁਰੂ ਰਾਮਦਾਸ ਜੀ ਉਹੀ ਗੁਰਜੋਤ ਲੈ ਕੇ ਪ੍ਰਗਟ ਹੋਏ। ਅਨਹਦ ਨਾਦੋਂ ਸ਼ਬਦ ਸੁਣਾਇਆ ਤੇ ਜਿਨ੍ਹਾਂ ਨੇ ਅਨਹਦ ਬਿਨਾਂ ਸੱਟ ਤੋਂ ਜਿਹੜਾ ਸ਼ਬਦ ਆਪਣੇ ਆਪ ਨਿਰੰਤਰ ਵੱਜ ਰਿਹਾ ਹੈ, ਸੋ ਐਸਾ ਗੁਰਬਾਣੀ ਦਾ ਸ਼ਬਦ ਜਿਹੜਾ ਸੁਣਾਇਆ ਹੈ। ਰਾਮਦਾਸੋਂ ਅਰਜਨ ਗੁਰੂ ਰਾਮਦਾਸ ਜੀ ਤੋਂ ਅੱਗੇ ਗੁਰੂ ਅਰਜਨ ਦੇਵ ਜੀ ਹੋਏ। ਦਰਸ਼ਨ ਦਰਪਣ ਵਿੱਚ ਦਿਖਾਇਆ ਜਿਨ੍ਹਾਂ ਨੇ ਇਸੇ ਗੁਰਜੋਤ ਨੂੰ ਦਰਪਣ ਦੇ ਵਿੱਚ, ਜਿਵੇਂ ਸ਼ੀਸ਼ੇ ਵਿੱਚ ਆਪਣਾ ਆਪਾਂ ਚਿਹਰਾ ਦੇਖਦੇ ਹਾਂ ਨਾ, ਜਿਸ ਤਰ੍ਹਾਂ ਦਾ ਚਿਹਰਾ ਹੋਵੇ ਇੰਨ ਬਿਨ ਦਿਖਦਾ, ਇਉਂ ਗੁਰਜੋਤ ਜਿਹੜੀ ਅੱਗੇ ਚੌਥੇ ਪਾਤਸ਼ਾਹ ਤੋਂ ਪੰਜਵੇਂ ਪਾਤਸ਼ਾਹ ਵਿੱਚ ਗਈ, ਉਹੀ ਸਰੂਪ ਦਿਖਾਈ ਦਿੱਤਾ। ਹਰ ਗੋਬਿੰਦ ਗੁਰ ਅਰਜਨੋ ਫਿਰ ਅੱਗੇ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਇਹ ਗੁਰਜੋਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿੱਚ ਗਈ। ਗੁਰ ਗੋਬਿੰਦ ਨਾਮ ਸਦਵਾਇਆ ਫਿਰ ਇਉਂ ਜੋਤ ਜਿਹੜੀ ਅੱਗੇ ਵਰਤਦੀ 6ਵੇਂ ਤੋਂ 7ਵੇਂ, 7ਵੇਂ ਤੋਂ 8ਵੇਂ, 8ਵੇਂ ਤੋਂ 9ਵੇਂ, 9ਵੇਂ ਤੋਂ 10ਵੇਂ ਸਰੂਪ ਵਿੱਚ ਗੁਰੂ ਗੋਬਿੰਦ ਸਿੰਘ ਨਾਮ ਸਦਾਇਆ ਹੈ। ਗੁਰ ਮੂਰਤ ਗੁਰ ਸ਼ਬਦ ਹੈ ਇਨ੍ਹਾਂ ਹੀ 10 ਪਾਤਸ਼ਾਹੀਆਂ ਦੀ ਜਿਹੜੀ ਮੂਰਤੀ ਸਰੂਪ ਆ, ਅੱਗੇ ਗੁਰ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ। ਸਾਧ ਸੰਗਤ ਵਿੱਚ ਪ੍ਰਗਟੀ ਆਇਆ ਜਿਹੜਾ ਸਾਧ ਸੰਗਤ ਦੇ ਵਿੱਚ ਪ੍ਰਗਟ ਹੋ ਰਿਹਾ ਹੈ, ਪ੍ਰਕਾਸ਼ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਹਨ। ਪੈਰੀ ਪਾਏ ਸੋ ਜਗਤ ਤਰਾਇਆ ਔਰ ਪੈਰੀ ਪੈਣਾ ਇਹ ਮਰਿਆਦਾ ਜਿਹੜੀ ਹੈ ਇਹ ਬੰਨ ਕੇ ਸਤਿਗੁਰੂ ਜੀ ਨੇ ਸਾਰੇ ਸੰਸਾਰ ਨੂੰ ਤਰਾਇਆ, ਸਾਰੇ ਸੰਸਾਰ ਦਾ ਪਾਰ ਉਤਾਰਾ ਕਰ ਦਿੱਤਾ, ਤਾਰ ਦਿੱਤਾ ਸਾਰੇ ਸੰਸਾਰ। ਪੁਰਾਤਨ ਸਮਿਆਂ ਵਿੱਚ ਗੁਰਸਿੱਖੋ ਸਤਿਗੁਰੂ ਜੀ ਨੇ ਨਾ ਇਹ ਪੈਰੀ ਪੈਣਾ ਵਾਲੀ ਮਰਿਆਦਾ ਬਣਾਈ ਸੀ। ਗੁਰੂ ਕੇ ਸਿੱਖ ਭਾਵਨਾ ਵਾਲੇ ਜਦੋਂ ਸੰਤ ਮਹਾਂਪੁਰਖਾਂ ਨੂੰ, ਗੁਰਮਤਿ ਦੇ ਪ੍ਰਚਾਰਕਾਂ ਨੂੰ ਜਦੋਂ ਮਿਲਦੇ, ਜਾਂ ਆਪਸ ਵਿੱਚ ਵੀ ਗੁਰਸਿੱਖਾਂ ਦਾ ਮਿਲਾਪ ਹੁੰਦਾ, ਇੰਨਾ ਪ੍ਰੇਮ ਇੰਨਾ ਪਿਆਰ ਹੁੰਦਾ ਸੀ, ਇੱਕ ਦੂਜੇ ਨੂੰ ਪੈਰੀ ਪੈਣਾ ਕਹਿੰਦੇ, ਇੱਕ ਦੂਜੇ ਦੇ ਪੈਰੀ ਹੱਥ ਲਾਉਂਦੇ ਸੀ। ਭਾਵਨਾ ਵਾਲੇ ਸਿੱਖ ਹੁੰਦੇ ਸੀ। ਤੇ ਅੱਜ ਤਾਂ ਸਾਡੇ ਵਿੱਚ ਕੱਟੜਤਾ ਇੰਨੀ ਜ਼ਿਆਦਾ ਹੋ ਗਈ ਵੀ ਕਿਸੇ ਦੇ ਪੈਰੀ ਹੱਥ ਲਾਉਣਾ ਹੀ ਨਹੀਂ। ਇੰਨੇ ਅਸੀਂ ਕੱਟੜ ਹੋ ਗਏ ਆਪਣੇ ਆਪ ਵਿੱਚ, ਮੈਂ ਵੱਡਾ ਸਿੱਖ ਦੂਜਾ ਛੋਟਾ ਸਿੱਖ, ਮੈਂ ਵੱਡਾ ਬ੍ਰਹਮ ਗਿਆਨੀ, ਮੈਂ ਵੱਧ ਬਾਣੀ ਪੜ੍ਹਨ ਵਾਲਾ, ਮੈਂ ਵੱਡਾ ਸੇਵਾਦਾਰ, ਦੂਜੇ ਅੱਗੇ ਅਸੀਂ ਕਿਉਂ ਨਿਭੀਏ। ਪਰ ਗੁਰਬਾਣੀ ਕਹਿੰਦੀ ਹੈ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀ। ਜਿਹੜਾ ਗੁਰੂ ਕਾ ਸਿੱਖ ਭਾਵਨਾ ਵਾਲਾ, ਭਗਤੀ ਭਾਵ ਵਾਲਾ ਮਿਲੇ, ਉਹਦੇ ਚਰਨਾਂ ਨੂੰ ਗੁਰਬਾਣੀ ਕਹਿੰਦੀ ਹੈ ਮੈਂ ਉਹਦੇ ਚਰਨਾਂ ਨੂੰ ਲੱਗਾ ਜਾ ਕੇ, ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਉਹਦੇ ਚਰਨਾਂ ਉੱਤੇ ਮੱਥਾ ਟੇਕਾਂ। ਔਰ ਪੈਰੀ ਪੈਣਾ ਕਹਿੰਦੇ ਹੁੰਦੇ ਸਨ ਗੁਰੂ ਕੇ ਸਿੱਖ। ਇਹ ਤਾਂ 10ਵੇਂ ਪਾਤਸ਼ਾਹ ਨੇ ਫਿਰ ਬਾਅਦ ਵਿੱਚ ਗੁਰਫਤਿਹ ਦੀ ਸਾਂਝ ਗੁਰੂ ਸਿੱਖਾਂ ਨੂੰ ਬਖਸ਼ ਦਿੱਤੀ ਵੀ ਜਿਹੜਾ ਵੀ ਗੁਰੂ ਕਾ ਸਿੱਖ ਆਗਾ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਵਾਹਿਗੁਰੂ ਦੀ ਫਤਿਹ ਬੁਲਾਵੇ। ਜਦੋਂ ਦੋ ਗੁਰੂ ਕੇ ਸਿੱਖ ਆਪਸ ਦੇ ਵਿੱਚ ਮਿਲਣ ਤੇ ਉਹਨਾਂ ਦੀ ਆਪਸ ਵਿੱਚ ਗੱਜ ਵੱਜ ਕੇ ਗੁਰਫਤਿਹ ਦੀ ਸਾਂਝ ਹੋਵੇ, ਦੋਵੇਂ ਪਾਸੋਂ ਗੱਜ ਵੱਜ ਕੇ ਪਹਿਲਾ ਗੁਰੂ ਕਾ ਸਿੱਖ ਫਤਿਹ ਗਜਾਵੇ, ਦੂਜਾ ਗੱਜ ਵੱਜ ਕੇ ਆਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਭਾਈ ਮਨੀ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਸਤਿਗੁਰੂ ਦੇ ਇਹਨਾਂ ਬਚਨਾਂ ਨੂੰ ਬਹੁਤ ਵਿਸਥਾਰਪੂਰਵਕ ਲਿਖਿਆ ਵੀ ਜਿਹੜਾ ਗੁਰੂ ਕਾ ਸਿੱਖ ਸਤਿਗੁਰੂ ਜੀ ਦੀ ਫਤਿਹ ਦੀ ਸਾਂਝ ਪਹਿਲਾਂ ਗੱਜ ਵੱਜ ਕੇ ਕਰਦਾ ਹੈ, ਉਹ ਸਤਿਗੁਰੂ ਜੀ ਦੇ ਸਨਮੁਖ ਰਹਿੰਦਾ, ਉਹਦੇ ਵੱਲ ਮੁੱਖ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ। ਜਿਹੜਾ ਅੱਗੋਂ ਫਤਿਹ ਦਾ ਜਵਾਬ ਗੱਜ ਕੇ ਦਿੰਦਾ ਹੈ, ਉਹਨੂੰ ਸਤਿਗੁਰੂ ਜੀ ਸੱਜੇ ਪਾਸੇ ਰੱਖਦੇ ਆ। ਜਿਹੜਾ ਹੋਵੇ ਤਾਂ ਤੰਦਰੁਸਤ ਪਰ ਬਿਮਾਰਿਆਂ ਜਾਂ ਵਾਂਗੂ ਢਿੱਲੀ ਜੀ ਫਤਿਹ ਬੁਲਾਵੇ, ਉਹਨੂੰ ਸਤਿਗੁਰੂ ਜੀ ਖੱਬੇ ਪਾਸੇ ਰੱਖਦੇ ਆ। ਕਰਮਵਾਰ ਮਹਾਤਮ ਘਟਦਾ ਜਾਂਦਾ
ਤੇ ਜਿਹੜਾ ਗੁਰਫਤਿਹ ਦਾ ਜਵਾਬ ਦੇਵੇ ਹੀ ਨਾ, ਸਿੱਖ ਨੂੰ ਮਿਲ ਕੇ ਸਿੱਖ ਦੇ ਮੱਥੇ ਤਿਉੜੀਆਂ ਹੀ ਪੈ ਜਾਣ ਵੀ ਆਹ ਕਿੱਥੋਂ ਮੱਥੇ ਲੱਗ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਮਨੀ ਸਿੰਘ ਜੀ ਨੇ ਲਿਖਿਆ ਵੀ ਉਹ ਤਾਂ ਇੱਕ ਨੰਬਰ ਦਾ ਪਾਪੀ ਹੈ, ਉਹਦੇ ਵੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੰਡ ਹੁੰਦੀ ਹੈ। ਕਦੇ ਵਿਸਥਾਰ ਵਿੱਚ ਫੇਰ ਵਿਚਾਰਾਂਗੇ ਗੁਰਫਤਿਹ ਦਾ ਮਹਾਤਮ ਆਪਾਂ, ਕਿਉਂਕਿ ਹੁਣ ਸਮਾਂ ਸੀਮਤ ਹੈ। ਸੋ ਇਸ ਪ੍ਰਕਾਰ ਪੈਰੀ ਪੈਣਾ ਜਿਹੜਾ ਇਹ ਸਾਧ ਸੰਗਤ ਜੀ, ਪੈਰੀ ਪੈਣ ਦੇ ਨਾਲ ਨਾ ਆਪਣਾ ਤਾਂ ਕੁਝ ਘਟਦਾ ਨਹੀਂ, ਸਗੋਂ ਕੁਝ ਨਾ ਕੁਝ ਪ੍ਰਾਪਤੀ ਹੁੰਦੀ ਹੈ। ਕਮਾਈ ਵਾਲੇ ਦੇ ਪੈਰੀ ਹੱਥ ਲਾਈਏ, ਪਰ ਪੈਰੀ ਹੱਥ ਕਿਸੇ ਦੇ ਲਾਓ, ਮਾਣ ਸਤਿਕਾਰ ਕਰੋ, ਗੁਰੂ ਭਾਵਨਾ ਨਹੀਂ ਕਿਸੇ ਦੇ ਕਰਨੀ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਇਹ ਨਿਯਮ ਹੈ, ਇਹ ਸਿਧਾਂਤ ਹੈ। ਗੁਰੂ ਭਾਵਨਾ ਕਰਕੇ ਮੱਥਾ ਨਹੀਂ ਟੇਕਣਾ। ਸੰਸਾਰ ਵਿੱਚ ਰਹਿੰਦੇ ਆਪਾਂ, ਘਰਾਂ ਪਰਿਵਾਰਾਂ ਗ੍ਰਸਤੀ ਲੈਣਾ ਹੈ, ਤੇ ਜੇਕਰ ਸਾਧ ਸੰਗਤ ਜੀ ਸੱਸ ਦੀ ਬਹੁਤ ਸੇਵਾ ਕਰਦੀ ਹੋਵੇ, ਕੋਈ ਨੂੰਹ ਧੀ ਸੇਵਾ ਕਰਦੀ ਹੋਵੇ, 10 ਦਿਨ ਬੜੀ ਉਹਨੇ ਸੇਵਾ ਕੀਤੀ ਭਾਵਨਾ ਦੇ ਨਾਲ, 11ਵੇਂ ਦਿਨ ਉਹਦੇ ਪੈਰੀ ਹੱਥ ਨਾ ਲਾਵੇ ਨਾ, ਫਿਰ ਤੁਹਾਨੂੰ ਪਤਾ ਵੀ ਕੀ ਹੁੰਦਾ ਪਰਿਵਾਰਾਂ ਦੇ ਵਿੱਚ। ਬਈ ਇਹਦੇ ਵਿੱਚ ਤਾਕੜ ਹੀ ਬੜੀ ਹੈ, ਤਾਂ ਲਿਵਦੀ ਨਹੀਂ ਕਿਸੇ ਦੇ ਅੱਗੇ। ਇਹ ਤਾਂ ਪੈਰੀ ਹੱਥ ਨਹੀਂ ਲਾਉਂਦੀ, ਸਤਿਕਾਰ ਨਹੀਂ ਕਰਦੀ ਸੱਸ ਦਾ, ਘਰਾਂ ਵਿੱਚ ਲੜਾਈਆਂ ਪੈ ਜਾਂਦੀਆਂ ਛੋਟੀ ਜੀ ਗੱਲ ਕਰਕੇ। ਸੋ ਇਸ ਕਰਕੇ ਪੈਰੀ ਪੈਣਾ ਜਿਹੜਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਰਿਆਦਾ ਚਲਾ ਕੇ ਨਾ, ਗੁਰੂ ਕੇ ਸੰਤਾਂ ਭਗਤਾਂ ਗੁਰਸਿੱਖਾਂ ਦੀ ਚਰਨ ਸ਼ਰਨ ਜਾਣਾ, ਉਹਨਾਂ ਦੀ ਸੰਗਤ ਵਿੱਚ ਜਾਣਾ। ਪੈਰੀ ਪੈਣਾ ਦਾ ਭਾਵ ਇਹ ਵੀ ਲੈ ਸਕਦੇ ਹਾਂ, ਕਿਸੇ ਦੇ ਪੈਰੀ ਪੈਣਾ, ਚਰਨੀ ਲੱਗਣਾ ਉਹ ਹੁੰਦਾ ਵੀ ਉਹਦੇ ਬਚਨਾਂ ਨੂੰ ਸੱਤ ਕਰਕੇ ਮੰਨਣਾ। ਜੇ ਬਚਨ ਹੀ ਨਹੀਂ ਮੰਨੇ, ਫਿਰ ਜਿੰਨੇ ਮਰਜ਼ੀ ਮੱਥੇ ਟੇਕੀ ਜਾਵੇ, ਉੱਤੋਂ ਮੱਥੇ ਟੇਕੀ ਜਾਵੇ, ਪਾਰੋ ਤਾਰਾ ਤੇ ਨਾ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਅਪਰਾਧੀ ਦੂਣਾ ਦੇਵੈ ਜੋ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਐ, ਜਾਂ ਹਿਰਦਾ ਕਸੁੱਧੇ ਜਾਹੇ। ਜੇ ਹਿਰਦਾ ਟੇਢਾ ਚੱਲਦਾ, ਮਨ ਵਿੱਚ ਟੇਢੀਆਂ ਗੱਲਾਂ ਚੱਲਦੀਆਂ, ਤੇ ਫਿਰ ਪੈਰੀ ਪੈਣਾ ਕੀ ਕਰੂਗਾ? ਇਹ ਬਚਨ ਮੰਨਣ ਰੂਪੀ ਪੈਰੀ ਪੈਣਾ ਵੀ ਅਰਥ ਆਪਾਂ ਇੱਥੇ ਲੈ ਸਕਦੇ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਸੰਸਾਰ ਨੂੰ ਤਾਰਿਆ ਇਸ ਰੀਤੀ ਨਾਲ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਕੇ ਸਿੱਖੋ, ਹੋਰ ਵੀ ਬਹੁਤ ਜਗ੍ਹਾ ਦੇ ਉੱਤੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ, ਤੁਸੀਂ ਮਤਵਾਨ ਹੋ, ਬੁੱਧੀਵਾਨ ਲੋਕ ਹੋ, ਗੁਰੂ ਕੇ ਸਿੱਖੋ, ਭਾਵਨਾ ਵਾਲੇ ਪੜ੍ਹ ਕੇ ਆਪੇ ਵਿਚਾਰ ਲੈਣਾ। ਫੇਰ ਕਹਿੰਦੇ ਜਿਹੜੀ ਤੁਸੀਂ ਗੁਰਬਾਣੀ ਦੀ ਪੰਕਤੀ ਸਾਹਮਣੇ ਰੱਖੀ ਹੈ ਵੀ ਤੂੰ ਤਾਂ ਜਨਕ ਰਾਜਾ ਅਵਤਾਰ, ਇਹਦਾ ਅਰਥ ਕੀ ਹੈ ਉਹ ਦੱਸਦੇ ਹਨ। ਬਈ ਪ੍ਰਮਾਣ ਦੇ ਦਿੰਦੇ ਆ ਲੋਕ ਵੀ ਇਉਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ। ਭਾਈ ਸਾਹਿਬ ਜੀ ਸਪਸ਼ਟ ਕਰਦੇ ਆ, ਕਹਿੰਦੇ ਭਾਈ ਸਤਿਗੁਰੂ ਜੀ ਇਹ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆ ਗੁਰਬਾਣੀ ਦੇ ਪ੍ਰਮਾਣਾਂ ਦੁਆਰਾ, ਭਾਈ ਗੁਰਦਾਸ ਦੇ ਪ੍ਰਮਾਣਾਂ ਦੁਆਰਾ, ਤੇ ਭਾਈ ਮਨੀ ਸਿੰਘ ਜੀ ਨੇ ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਅਰਥ ਰੂਪ ਕਰਕੇ ਜਿੰਨੀਆਂ ਸਾਖੀਆਂ ਲਿਖੀਆਂ, ਭਾਈ ਮਨੀ ਸਿੰਘ ਜੀ ਵਾਲੀ ਜਿਹੜੀ ਜਨਮ ਸਾਖੀ ਆ। ਸੋ ਕਹਿੰਦੇ ਇਹ 3 ਪ੍ਰਮਾਣ ਮੈਂ ਦੇ ਚੁੱਕਿਆ। ਸਿੱਧ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ, ਭਾਈ ਗੁਰਦਾਸ ਔਰ ਭਾਈ ਮਨੀ ਸਿੰਘ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਹੈ। ਫਿਰ ਕਹਿੰਦੇ ਜਿਹੜਾ ਇਹ ਸ਼ੰਕਾ ਕੀਤਾ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਤੂੰ ਤਾਂ ਜਨਕ ਰਾਜਾ ਅਵਤਾਰ, ਜਨਕ ਰਾਜੇ ਦੇ ਅਵਤਾਰ ਹੋਏ ਹੈ। ਜਨਕ ਨਾਮ ਗਿਆਨ ਦਾ ਹੈ, ਗਿਆਨ ਦਾ ਅਵਤਾਰ ਹੋਇਆ ਸਤਿਗੁਰੂ ਜੀ। ਗਿਆਨ ਕੀ ਹੈ? ਅਕਾਲ ਪੁਰਖ ਵਾਹਿਗੁਰੂ ਗਿਆਨ ਸਰੂਪ ਹੈ। ਇੱਥੇ ਇਹ ਅਰਥ ਲੈਣਾ ਹੈ ਤੂੰ ਤਾਂ ਜਨਕ ਰਾਜਾ ਅਵਤਾਰ, ਤੂੰ ਤਾਂ ਗਿਆਨ ਦਾ ਹੀ ਅਵਤਾਰ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਰਾਜੇ ਦਾ ਨਹੀਂ। ਤੇ ਜੇਕਰ ਕਹਿੰਦੇ ਇਹ ਵੀ ਮੰਨ ਲਈਏ ਵੀ ਰਾਜੇ ਜਨਕ ਦਾ ਅਵਤਾਰ ਮੰਨਿਆ, ਰਾਜੇ ਜਨਕ ਦਾ, ਕਹਿੰਦੇ ਫਿਰ ਇੱਥੇ ਉਪਮਾ ਜਾਣਨਾ ਵੀ ਜੇ ਕਿਸੇ ਦੋ ਬੰਦਿਆਂ ਨੂੰ ਆਪਾਂ ਕਿਸੇ ਦੇ ਗੁਣ ਪ੍ਰਗਟ ਕਰਨੇ, ਆਪਾਂ ਕਹਿੰਦੇ ਆ ਤਾਂ ਫਲਾਣੇ ਵਰਗਾ। ਕਹਿੰਦੇ ਰਾਜੇ ਜਨਕ ਦਾ ਇੱਕ ਪ੍ਰਮਾਣ ਦਿੱਤਾ ਗਿਆ, ਸੋ ਉਪਮਾ ਹੈ ਤਿਹ ਕੀ ਦਈ। ਉਹਦੀ ਉਪਮਾ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਰਾਜੇ ਜਨਕ ਵਾਂਗ ਹਨ। ਜੋਗ ਭੋਗ ਦੋਨੋਂ ਸਮਕਈ, ਕਿਉਂਕਿ ਰਾਜਾ ਜਨਕ ਸੀ, ਇਹਨੇ ਜੋਗ ਅਤੇ ਭੋਗ ਦੋਵੇਂ ਸਮ ਅਵਸਥਾਵਾਂ ਰੱਖੀਆਂ। ਇੱਕ ਪਾਸੇ ਰਾਜੇ ਜਨਕ ਦਾ ਤਪਦੇ ਤੇਲ ਦੇ ਕੜਾਹੇ ਦੇ ਵਿੱਚ ਚਰਨ, ਦੂਜੇ ਪਾਸੇ ਪਦਮਣੀਆਂ ਪੈਰ ਝੱਸ ਰਹੀਆਂ, ਪਰ ਕੋਈ ਫਰਕ ਨਹੀਂ ਪੈਂਦਾ ਉਹਨੂੰ। ਇਸਤਰੀਆਂ ਚਰਨ ਛੂਹ ਰਹੀਆਂ ਜਾਂ ਤੇਲ ਦੇ ਕੜਾਹੇ ਵਿੱਚ ਪੈਰ, ਕਿਉਂਕਿ ਰਾਜਾ ਜੋਗੀ ਹੋਇਆ। ਔਰ ਭਾਈ ਗੁਰਦਾਸ ਜੀ ਨੇ ਇਹ ਪ੍ਰਮਾਣ ਦਿੱਤਾ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਗੁਰਮੁਖ ਕਹਿ ਕੇ, ਕਿਉਂਕਿ ਮਾਇਆ ਵਿੱਚ ਉਪਰਾਮ ਹੈ, ਮਾਇਆ ਵਿੱਚ ਰਹਿੰਦਾ, ਰਾਜ ਭਾਗ ਮਾਣਦਾ ਹੋਇਆ ਵੀ ਭਗਤੀ ਕੀਤੀ ਆ ਰਾਜੇ ਜਨਕ ਨੇ। ਇਸ ਕਰਕੇ ਪ੍ਰਮਾਣ ਦਾ ਸਿਰਫ ਇੱਕ ਪੱਖ ਲਈਦਾ। ਹਾਲਾਂਕਿ ਰਾਜਾ ਜਨਕ ਉਹਨੂੰ ਸੋਝੀ ਨਹੀਂ ਸੀ, ਗਿਆਨ ਨਹੀਂ ਸੀ। ਸੁਖਦੇਵ ਮੁਨੀ ਨੇ ਆ ਕੇ
ਸਾਧ ਸੰਗਤ ਜੀ ਅਸ਼ਟਾਵਕਰ ਨੇ ਆ ਕੇ ਉਹਨੂੰ ਗਿਆਨ ਕਰਵਾਇਆ। ਸੋ ਇਸ ਪ੍ਰਕਾਰ ਉਹ ਪ੍ਰਮਾਣ ਨਹੀਂ, ਆਪਾਂ ਦੂਜਾ ਪੱਖ ਨਹੀਂ ਲੈਣਾ। ਜਿਹੜਾ ਵੀ ਪ੍ਰਮਾਣ ਹੁੰਦਾ ਉਹਦਾ ਇੱਕ ਅੰਗ ਲਿਆ ਜਾਂਦਾ ਹਮੇਸ਼ਾ ਵਾਸਤੇ। ਸੋ ਇਸ ਕਰਕੇ ਜਿਵੇਂ ਉਹ ਮਾਇਆ ਦੇ ਵਿੱਚ ਉਦਾਸੀਨ ਸੀ, ਇਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਰਹਿੰਦੇ ਹੋਏ ਰਾਜੇ ਜੋਗੀ ਹੋਏ ਹਨ। ਜਿਉ ਕਰਿਤ ਮੈਂ ਜਨ ਕੋ ਦਾਸੀ। ਜਿਵੇਂ ਕਹਿੰਦੇ ਮਾਇਆ ਦੇ ਵਿੱਚ ਰਹਿੰਦਾ ਹੋਇਆ ਰਾਜਾ ਜਨਕ ਉਪਰਾਮ ਸੀ, ਤਿਉ ਸ੍ਰੀ ਨਾਨਕ ਭੈ ਸੁਖ ਰਾਸੀ। ਇਸੇ ਪ੍ਰਕਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੁੱਖਾਂ ਦੇ ਦਾਤੇ ਉਹ ਵੀ ਰਾਜੇ ਜੋਗੀ ਹੋਏ ਹਨ। ਰਾਜ ਜੋਗ ਮਾਣਿਆ ਹੈ ਉਹਨਾਂ ਨੇ। ਇਸੀ ਹੇਤ ਦੇ ਦੂਸਰ ਚਰਨਾ। ਇਸੇ ਪ੍ਰਕਾਰ ਕਹਿੰਦੇ ਇਸ ਸ਼ਬਦ ਦਾ ਜਿਹੜਾ ਦੂਸਰਾ ਬੰਦ ਹੈ, ਦੂਸਰਾ ਚਰਨ ਹੈ, ਉਹ ਵਿਚਾਰੋ। ਹੋਰ ਅਰਥ ਦੀ ਕੀ ਵਿਦ ਬਰਨਾ। ਉਹਦੇ ਅਰਥ ਜਿਹੜੇ ਚੰਗੀ ਤਰ੍ਹਾਂ ਖੋਲ ਕੇ ਵਰਣਨ ਕਰਦੇ ਹਨ ਰਹੇ ਜਗਤ ਜਲ ਪਦਮ ਵਿਚਾਰ। ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੇ ਵਿੱਚ ਇਉਂ ਰਹੇ ਹੈ ਜਿਵੇਂ ਪਦਮ ਜਿਹੜਾ ਕਮਲ ਹੈ ਉਹ ਜਲ ਦੇ ਵਿੱਚ ਰਹਿੰਦਾ, ਨਿਰਲੇਪ ਰਹਿੰਦਾ, ਪਾਣੀ ਵਿੱਚ ਰਹਿੰਦਾ ਹੋਇਆ। ਜਾਂ ਦੇ ਕਰ ਲੀਜੈ ਨਿਰਧਾਰ। ਇਸ ਕਰਕੇ ਕਹਿੰਦੇ ਗੁਰੂ ਕੇ ਸਿੱਖੋ ਇਹ ਨਿਰਣਾ ਕਰ ਲੋ ਪੱਕੀ ਤਰ੍ਹਾਂ। ਦੋਹਰਾ ਅਤ ਉਦਾਰ ਇਹ ਨਿਰਪਤ ਹੈ। ਅੱਤ ਦਾ ਉਦਾਰ ਸਖੀ ਦਾਤਾ ਇਹ ਰਾਜਾ ਹੋਇਆ ਹੈ, ਭਇਓ ਇੰਦਰ ਅਵਤਾਰ। ਜਿਹੜਾ ਕਿ ਇੰਦਰ ਦਾ ਅਵਤਾਰ ਹੋਇਆ। ਐਸੇ ਉਪਮਾ ਉਰ ਰੱਖੋ। ਇਸ ਪ੍ਰਕਾਰ ਹਿਰਦੇ ਵਿੱਚ ਉਪਮਾ ਜਾਣੋ। ਜਨ ਕੈ ਕੀ ਸੁਖਕਾਰ। ਜਨਕ ਰਾਜਾ ਜਿਹੜਾ ਬੜਾ ਸੁੱਖਾਂ ਵਾਲਾ ਹੋਇਆ, ਸੁਖ ਭੋਗਣ ਵਾਲਾ ਹੋਇਆ। ਤੇ ਜਨ ਕੈ ਕੀ ਸੁਖਕਾਰ ਜਿਹੜੇ ਗਿਆਨ ਸਰੂਪ ਸਤਿਗੁਰੂ ਨਾਨਕ ਦੇਵ ਸੁੱਖਾਂ ਦੇ ਬਖਸ਼ਣ ਵਾਲੇ ਹੈ। ਇਉਂ ਜਾਣ ਲਓ ਵੀ ਰਾਜੇ ਜਨਕ ਦੀ ਉਹਨਾਂ ਦੇ ਨਾਲ ਉਪਮਾ ਕੀਤੀ ਗਈ ਹੈ। ਸੁਨ ਸਰੋਤਾ ਹਰਕਤ ਭਏ। ਜਦੋਂ ਆ ਗਿਆਨ ਦਾ ਉਪਦੇਸ਼ ਸੁਣਿਆ, ਸਾਰੇ ਸਰੋਤੇ ਜਿੰਨੇ ਕਥਾ ਸੁਣਨ ਵਾਲੇ ਸੀ ਭਾਈ ਸੰਤੋਖ ਸਿੰਘ ਤੋਂ ਸਭ ਖੁਸ਼ ਹੋ ਗਏ। ਮਨ ਸੰਦੇਹ ਮਿਟਾਈ। ਮਨ ਵਿੱਚ ਜਿਹੜਾ ਸ਼ੰਕਾ ਸੀ ਸਾਰਿਆਂ ਨੇ ਨਿਵਰਤ ਕਰ ਲਿਆ। ਭਇਓ ਧਿਆਏ ਪੂਰਨ ਪੈ। ਇੱਥੇ ਇਹ ਜਿਹੜਾ ਅਧਿਆਇ ਸੰਪੂਰਨ ਹੋ ਗਿਆ ਹੈ। ਪੜਤ ਸੁਣਤ ਸੁਖਦਾਈ। ਜਿਹੜਾ ਵੀ ਇਹ ਅਧਿਆਇ ਨੂੰ ਪੜ੍ਹੇਗਾ ਜਾਂ ਇਸ ਕਥਾ ਨੂੰ ਜਿਨ੍ਹਾਂ ਨੇ ਸੁਣਿਆ ਜਾਂ ਸੁਣੇਗਾ ਉਹ ਸੁਖਦਾਏ, ਉਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਇਹ ਸਤਿਗੁਰੂ ਜੀ ਦੀ ਕਥਾ ਸੁੱਖ ਬਖਸ਼ਣ ਵਾਲੀ ਹੈ। ਕਥਾ ਵਿਚਾਰਨ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਣ। ਆਪ ਜੀ ਨੇ ਅਰਦਾਸ ਕਰਨੀ, ਸਤਿਗੁਰੂ ਜੀ ਸੇਵਾ ਅਤੇ ਸਿਮਰਨ ਬਖਸ਼ਿਸ਼ ਕਰਨ। ਆਓ ਇੱਥੇ ਵਿਚਾਰਾਂ ਨੂੰ ਵਿਸ਼ਰਾਮ ਦਿੰਦਾ ਹਾਂ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰ ਹੋਈਏ। ਸੁਨ ਸਰੋਤਾ ਹਰਕਤ ਭਈ ਮਨ ਸੰਦੇਹ ਮਿਟਾਏ। ਭਾਇਓ ਧਿਆਏ ਪੂਰਨ ਆਵੈ। ਪੜਤ ਸੁਨਤ ਸੁਖ ਦਾਏ।